ਇਹ ਸਾਡੇ ਕੋਲ ਭਾਜੀ ਪੱਥਰੀ ਰਸੌਲੀ ਦੇ ਮਰੀਜ਼ ਆਉਂਦੇ ਆ ਤੇ ਸ਼ੂਗਰ ਦੇ ਆਉਂਦੇ ਆ, ਲੱਕ ਦਰਦ ਆਉਂਦੇ ਆ, ਕੋਈ ਵੀ ਬਿਮਾਰੀ ਜਿੱਦਾਂ ਕਹ ਲਓ ਬੀਬੀਆਂ ਨੂੰ ਪਾਣੀ ਪੈਣਾ ਪੂਰੀ ਦੀ ਸ਼ਿਕਾਇਤ ਕਹਿੰਦੇ ਆ, ਉਹ ਮਰੀਜ਼ ਆਉਂਦੇ ਆ। ਇੱਦਾਂ ਦੇ ਮਰੀਜ਼ ਸਾਡੇ ਤੋਂ ਬਵਾਸੀਰ ਵਾਲੇ ਆਉਂਦੇ ਆ, ਸਾਹ ਵਾਲੇ ਆਉਂਦੇ, ਦਮੇ ਵਾਲੇ, ਕਾਫੀ ਮਰੀਜ਼ ਆਉਂਦੇ ਆ। ਮਤਲਬ ਕੈਂਸਰ ਦੀ ਗੱਲ ਵੀ ਕਰ ਰਹੇ ਸੀ ਆਪਾਂ, ਉਹਦੇ ਵਾਸਤੇ ਵੀ ਦਵਾਈ ਤਿਆਰ ਕਰ? ਹਾਂ, ਉਹਦੇ ਵਾਸਤੇ ਵੀ ਦਵਾਈ ਤਿਆਰ ਕਰਦੇ ਭਾਜੀ ਅਸੀਂ। ਰਿਜ਼ਲਟ ਆਇਆ ਅੱਜ ਤੱਕ ਕੋਈ ਕੈਂਸਰ ਵਾਲਾ? ਰਿਜ਼ਲਟ ਕਾਫੀ ਆਇਆ। ਰਿਜ਼ਲਟ ਬਹੁਤ ਬੰਦੇ ਕਦੇ ਨਾਂ ਲਿਖਿਆ ਨਹੀਂ ਭਾਜੀ, ਵੀ ਇੰਨੇ ਬੰਦੇ ਜਵਾਨ ਕੇ ਉਹੀ ਦੱਸਦੇ ਵੀ ਠੀਕ ਹੈ। ਫਿਰ ਇੱਕ ਬਜ਼ੁਰਗ ਆਏ, ਉਹਨਾਂ ਨੂੰ ਆਪਣੇ ਗਦੂਦਾਂ ਦੀ ਦਵਾਈ ਦਿੱਤੀ, ਬਸ ਉਹ ਦਵਾਈ ਦਿੱਤੀ, ਬਜ਼ੁਰਗ ਠੀਕ ਹੋ ਗਏ। ਗਰੀਬ ਸੀ ਤੇ ਉਹਨੇ ਜਦੋਂ ਆਣ ਕੇ ਬਾਪੂ ਜੀ ਉਹਨਾਂ ਨੂੰ ਮਿਲੇ, ਦੱਸਿਆ ਵੀ ਮੈਂ ਠੀਕ ਆ। ਉਸ ਤੋਂ ਬਾਅਦ ਬਾਪੂ ਜੀ ਹੁਣੀ ਤੇ ਬਾਹਰ ਦਾ ਤਾਂ ਨਾਂ ਹੀ ਛੱਡ ਦਿੱਤਾ। ਉਹ ਇੱਦਾਂ ਸੀ ਭਾਜੀ ਵੀ ਜਿਹੜੇ ਠੀਕ ਹੁੰਦੇ ਲੋਕ ਪੈਸੇ ਬਹੁਤ ਦਿੰਦੇ, ਪਰ ਅਸੀਂ ਇੱਧਰਲੇ ਪਾਸੇ ਨੂੰ ਨਹੀਂ ਦਿਮਾਗ ਦੜਾਉਂਦੇ। ਫਿਰ ਕੋਈ ਸੱਜਣਾ ਦੇ ਕਹਿਣ ਤੇ ਇਹ ਗੋਲਕ ਰੱਖ ਦਿੱਤੀ ਆ। ਇਹ ਲੋਕ ਭਾਜੀ ਇਸ ਵੇਲੇ ਪੰਜਾਬ ਦੇ ਟੋਟਲ ਯੂਪੀ ਦੇ ਬਹੁਤ ਆਉਂਦੇ ਆ, ਹਿਮਾਚਲ ਦੇ ਬਹੁਤ ਆਉਂਦੇ ਆ, ਬਿਹਾਰ ਦੇ ਆਉਂਦੇ ਆ, ਕੇਰਲਾ ਕਿੱਥੇ ਦੇਖ ਲਓ, ਕੇਰਲਾ ਤੱਕ ਬਾਹਰ ਦਵਾਈ ਬਹੁਤ ਜਾਂਦੀ ਆ। ਜਿਹੜੇ ਬਾਹਰ ਅਮਰੀਕਾ ਕੈਨੇਡਾ? ਬਿਲਕੁਲ ਜੀ, ਅਮਰੀਕਾ ਕੈਨੇਡਾ ਦਵਾਈ ਜਾਂਦੀ ਆ। ਪਹਿਲਾ ਕੇਲਾ ਖਾਣ ਤੋਂ ਬਾਅਦ 48 ਘੰਟੇ ਪਾਣੀ ਨਹੀਂ ਪੀਣਾ, ਚਾਹ ਦੁੱਧ ਕੱਚੀ ਲੱਸੀ ਜੋ ਮਰਜ਼ੀ ਪੀਓ, ਗਰਮ ਚੀਜ਼ ਨਹੀਂ ਖਾਣੀ ਕੋਈ ਵੀ। ਦਾਵਾ ਹੈ ਤੁਹਾਡਾ ਵੀ ਉਹ ਠੀਕ ਹੋ ਜਾਊਗਾ ਬਵਾਸੀਰ ਦਾ? ਸ਼ੋਰ ਬਹੁਤ ਮਰੀਜ਼ ਖੜਦੇ ਦਵਾਈ ਭਾਜੀ। ਪੈਸਿਆਂ ਨਾਲ ਨਹੀਂ ਉਹਨਾਂ ਮਜ਼ਾ ਜਿੰਨਾ ਇਹਦੇ ਨਾਲ ਮਜ਼ਾ ਜ਼ਿਆਦਾ ਹੈ। ਇਹ ਕੰਮ ਦੇ ਨਾਲ ਮਜ਼ਾ ਜ਼ਿਆਦਾ ਬਹੁਤ ਆਉਂਦਾ। ਮੁੰਡਿਆਂ ਨੇ ਤਿੰਨਾਂ ਚੋਂ ਨੇ ਕੰਮ ਸਿੱਖਿਆ ਸੀ, ਦੁਕਾਨਾਂ ਪਾਈਆਂ, ਪਰ ਉਹ ਕੰਮ ਸਿੱਖਣ ਤੋਂ ਬਾਵਜੂਦ ਮੁੜ ਕੇ ਪਛਾਣਦੇ ਨਹੀਂ। ਉਹਨਾਂ ਤੋਂ ਤੁਸੀਂ ਪੁੱਛ ਲਓ, ਉਹਨੇ ਤੁਹਾਨੂੰ ਕੁਝ ਨਹੀਂ ਦੱਸਣਾ। ਪਰ ਉਹਦੇ ਵਿੱਚ ਇੱਥੇ ਇੱਕ ਸ਼ਰਤ ਹੈ, ਕੀੜੇ ਵੀ ਚੱਲਣੇ ਆ, ਮੁਸ਼ਕ ਵੀ ਹੋਣਾ, ਪਰ ਬਣਾਉਣ ਲੱਗੇ ਕਿਰਾਇਤ ਨਹੀਂ ਕਰਨੀ। ਜਦੋਂ ਕਿਰਾਇਤ ਕਰ ਲਈ ਫਿਰ ਦਵਾਈ ਨਹੀਂ ਕਾਮਯਾਬ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਅੱਜ ਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਨੇ ਜੋ ਇਨਸਾਨ ਦੀ ਜਾਨ ਤੱਕ ਲੈ ਲੈਂਦੀਆਂ ਨੇ, ਪਰ ਤੁਹਾਡੀ ਰਸੋਈ ਦੇ ਵਿੱਚ ਪਿਆ ਕੁਝ ਸਮਾਨ ਤੁਹਾਡੀਆਂ ਉਹਨਾਂ ਬਿਮਾਰੀਆਂ ਨੂੰ, ਜਿਨ੍ਹਾਂ ਦੇ ਵਿੱਚ ਸ਼ੂਗਰ, ਬੀਪੀ, ਬਵਾਸੀਰ ਔਰ ਇੱਥੋਂ ਤੱਕ ਕਿ ਕੈਂਸਰ ਤੱਕ ਦੀਆਂ ਬਿਮਾਰੀਆਂ ਦਾ ਇਲਾਜ ਦੇ ਕੰਮ ਆ ਸਕਦੀਆਂ ਨੇ। ਸਾਡੇ ਨਾਲ ਇੱਕ ਹਕੀਮ ਕਹਿ ਲਈਏ, ਵੈਦ ਕਹਿ ਲਈਏ, ਜੁੜੇ ਨੇ ਦਲਵੀਰ ਸਿੰਘ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ। ਦਾਅਵਾ ਕਰਦੇ ਨੇ ਵੀ ਬਹੁਤ ਸਾਰੀਆਂ ਬਿਮਾਰੀਆਂ, ਜਿਨ੍ਹਾਂ ਵਿੱਚ ਜਿੱਦਾਂ ਮੈਂ ਜ਼ਿਕਰ ਵੀ ਕੀਤਾ ਹੈ ਵੀ ਸ਼ੂਗਰ, ਬੀਪੀ, ਪੱਥਰੀ ਦੀ ਦਰਦ, ਰਸੌਲੀ ਜਾਂ ਕੈਂਸਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਉਹ ਦੇਸੀ ਤਰੀਕੇ ਦੇ ਨਾਲ, ਜੜੀਆਂ ਬੂਟੀਆਂ ਦੇ ਨਾਲ ਦਵਾਈਆਂ ਤਿਆਰ ਕਰਦੇ ਨੇ, ਜਿਨ੍ਹਾਂ ਦੇ ਵਿੱਚ ਤੁਹਾਡੀ ਰਸੋਈ ਦੇ ਵਿੱਚ ਪਿਆ ਸਮਾਨ ਵੀ ਕੰਮ ਆਉਂਦਾ। ਸਾਡੇ ਨਾਲ ਦਲਵੀਰ ਸਿੰਘ ਜੀ ਨੇ। ਦਲਵੀਰ ਸਿੰਘ ਜੀ, ਸਵਾਗਤ ਹੈ ਹਮਦਰਦ ਟੀਵੀ। ਹਾਂਜੀ ਭਾਜੀ, ਇਹ ਮੈਂ ਜਾਣਨਾ ਚਾਹੂੰਗਾ ਜੀ, ਕਿਹੜੀਆਂ ਬਿਮਾਰੀਆਂ ਦਾ ਇਲਾਜ ਤੁਸੀਂ ਦੇਸੀ ਜੜੀਆਂ ਬੂਟੀਆਂ ਦੇ ਨਾਲ ਤਿਆਰ ਕਰਕੇ ਦਵਾਈਆਂ ਦਾ ਕਰਦੇ? ਇਹ ਭਾਜੀ ਇੱਦਾਂ ਵੀ ਜਿੱਦਾਂ ਹਾਰਟ ਦੀ ਦਵਾਈ ਆ, ਕਿੰਨੇ ਪੈਸੇ ਖਰਚਦੇ ਆ। ਇਹ ਪਰਚੀ ਹੈਗੀ ਆ, ਇਹਦੇ ਉੱਤੇ ਲਿਖਿਆ ਗੋਲਕੀ ਆ 250 ਗ੍ਰਾਮ, ਤੁਲਸੀ ਦੇ ਪੱਤੇ, ਪੂਤਨੇ ਦੇ, ਕਾਲੀ ਮਿਰਚ, 4 ਗਲਾਸ ਪਾਣੀ ਦੇ। ਇਹਨਾਂ ਨੂੰ 3 ਦਿਨ ਯੂਜ਼ ਕਰਨਾ, ਪਾਣੀ 'ਚ ਉਬਾਲ ਕੇ 4 ਗਲਾਸ ਜਿੱਦਾਂ ਪਾਣੀ ਦੇ ਪਾ ਲੈਣੇ, ਸਮਾਨ ਵਿੱਚ ਪਾ ਲੈਣਾ। 3 ਦਿਨ ਯੂਜ਼ ਕਰੋ। 3 ਦਿਨ ਤੋਂ ਪਹਿਲਾਂ ਤੁਸੀਂ ਵਿੱਚ ਜਿੱਦਾਂ ਆਮ ਅਨਾਰ ਇੱਕ ਲਓ, ਇੱਕ ਆਂਵਲਾ, ਇੱਕ ਸੇਬ, 4 ਗਲਾਸ ਪਾਣੀ ਦੇ ਲੈ ਲਓ। ਇਹ ਸਾਰੇ ਸਮਾਨ ਵਿੱਚ ਪਾ ਲਓ। 4 ਗਲਾਸਾਂ ਨੂੰ ਜਦੋਂ ਕੱਢ ਕੇ ਗਲਾਸ ਇੱਕ ਰਹਿ ਜਾਂਦਾ, ਉਹਨੂੰ ਠੰਡਾ ਕਰਕੇ ਪਾਣੀ ਪੀ ਲੈਣਾ। 3 ਦਿਨ ਇੱਦਾਂ ਕਰਨਾ। 3 ਦਿਨ ਤੋਂ ਬਾਅਦ 2 ਦਿਨ ਦਾ ਗੈਪ ਦਿਓ। ਉਸ ਤੋਂ ਬਾਅਦ ਫਿਰ ਇਹ ਜਿਹੜਾ ਗੋਲਕੀ ਵਾਲਾ ਦਿਨ ਮੈਂ ਦੱਸਿਆ, ਜਿੱਦਾਂ ਇਹ ਕਰ ਲਓ 3 ਦਿਨ। ਇਹ ਮਹੀਨੇ 'ਚ 2-3 ਵਾਰ ਕਰੋ। ਹਾਰਟ ਦੀਆਂ ਜਿਹੜੀਆਂ ਨਾੜੀਆਂ ਬਲੌਕ ਹੈ ਖੁੱਲ੍ਹ ਜਾਂਦੀਆਂ। ਅੱਛਾ, ਮੈਂ ਇਹਨਾਂ ਨੁਸਖਿਆਂ ਬਾਰੇ ਵੀ ਗੱਲਬਾਤ ਕਰੂੰਗਾ, ਪਰ ਮੈਂ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਕਿਸ ਤਰੀਕੇ ਦੇ ਮਰੀਜ਼ ਆਉਂਦੇ ਨੇ, ਕਿਹੜੀਆਂ ਬਿਮਾਰੀਆਂ ਦੀ ਦਵਾਈ ਲੈਣ ਦੇ ਲਈ ਆਉਂਦੇ ਨੇ, ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ? ਇਹ ਸਾਡੇ ਕੋਲ ਭਾਜੀ ਪੱਥਰੀ ਰਸੌਲੀ ਦੇ ਮਰੀਜ਼ ਆਉਂਦੇ ਆ, ਤੇ ਸ਼ੂਗਰ ਦੇ ਆਉਂਦੇ ਆ, ਲੱਕ ਦਰਦ ਆਉਂਦੇ ਆ,
ਕੋਈ ਵੀ ਬਿਮਾਰੀ ਜਿੱਦਾਂ ਕਹ ਲਓ ਬੀਬੀਆਂ ਨੂੰ ਪਾਣੀ ਪੈਣਾ ਲਕੋਰੀਆ ਦੀ ਸ਼ਿਕਾਇਤ ਕਹਿੰਦੇ ਆ, ਉਹ ਮਰੀਜ਼ ਆਉਂਦੇ ਆ। ਇੱਦਾਂ ਦੇ ਮਰੀਜ਼ ਸਾਡੇ ਤੋਂ ਬਵਾਸੀਰ ਵਾਲੇ ਆਉਂਦੇ ਆ, ਸਾਹ ਵਾਲੇ ਆਉਂਦੇ, ਦਮੇ ਵਾਲੇ, ਕਾਫੀ ਮਰੀਜ਼ ਆਉਂਦੇ ਆ। ਮਤਲਬ ਕਿ ਸਵੇਰ ਤੋਂ ਸ਼ਾਮ ਤੱਕ ਕੋਈ 250-300 ਮਰੀਜ਼ ਆਉਂਦਾ ਡੇਲੀ। ਕੈਂਸਰ ਦੀ ਗੱਲ ਵੀ ਕਰ ਰਹੇ ਸੀ ਆਪਾਂ, ਉਹਦੇ ਵਾਸਤੇ ਵੀ ਦਵਾਈ ਤਿਆਰ ਕਰ? ਹਾਂ, ਉਹਦੇ ਵਾਸਤੇ ਵੀ ਦਵਾਈ ਤਿਆਰ ਕਰਦੇ ਭਾਜੀ ਅਸੀਂ। ਰਿਜ਼ਲਟ ਆਇਆ ਅੱਜ ਤੱਕ ਕੋਈ ਕੈਂਸਰ ਵਾਲਾ ਪੇ? ਰਿਜ਼ਲਟ ਕਾਫੀ ਆਇਆ। ਰਿਜ਼ਲਟ ਬਹੁਤ ਬੰਦੇ ਕਦੀ ਨਾਂ ਲਿਖਿਆ ਨਹੀਂ ਭਾਜੀ, ਫਿਰ ਇੰਨੇ ਬੰਦੇ ਆਣ ਕੇ ਉਹੀ ਦੱਸਦੇ ਵੀ ਠੀਕ ਹੈ। ਤੇ ਅਸੀਂ ਕਦੀ ਨਾ ਹੀ ਕਦੀ ਕਿਸੇ ਨੂੰ ਪੁੱਛਿਆ ਫਿਰ ਬਹੁਤਾ ਵੀ ਕਿੱਦਾਂ। ਹਾਂਜੀ। ਅੱਛਾ, ਮੈਨੂੰ ਦੱਸਿਓ ਤੁਸੀਂ ਇਹ ਜਿਹੜਾ ਵੈਦ ਦਾ ਕੰਮ ਸੀਗਾ ਕਿੱਥੋਂ ਸਿੱਖਿਆ ਸੀ? ਜਿਵੇਂ ਤੁਹਾਡੇ ਬਜ਼ੁਰਗ ਵੀ ਸ਼ਾਇਦ ਇਹੀ ਕੰਮ ਹਕੀਮ ਕਰਦੇ ਸੀਗੇ, ਥੋੜ੍ਹਾ ਜਿਹਾ ਦੱਸ ਸਕਦੇ ਹੋ ਪਿਛੋਕੜ ਦੇ ਬਾਰੇ? ਕਦੋਂ ਸਿੱਖਿਆ ਸੀ, ਕਿਹਦੇ ਤੋਂ ਸਿੱਖਿਆ ਸੀਗਾ, ਕਿਵੇਂ ਫਿਰ ਤੁਸੀਂ ਅੱਗੇ ਕੰਮ ਇਹ ਸਿੱਖਿਆ? ਇਹ ਭਾਜੀ ਫਾਦਰ ਸਾਹਿਬ ਸਾਡੇ ਚੀਫ ਇੰਜੀਨੀਅਰ ਸੀ ਮਰਚੈਂਟ ਨੇਵੀ ਦੇ ਵਿੱਚ। ਇਹ ਬਾਹਰੋਂ ਆਏ ਤੇ ਬਾਹਰੋਂ ਜਦੋਂ ਆਏ ਤੇ ਸਾਡੀ ਮਾਤਾ ਜੀ ਨੂੰ ਕੈਂਸਰ ਹੋਇਆ ਸੀ, ਤੇ ਉਦੋਂ ਅਸੀਂ ਇਲਾਜ ਬਹੁਤ ਕਰਾਇਆ, ਬਹੁਤ ਪੈਸਾ ਲਾਇਆ, ਪਰ ਨਹੀਂ ਰੋਕ ਆਇਆ। ਫਿਰ ਸਾਨੂੰ ਪਤਾ ਲੱਗਾ ਗੜ੍ਹ ਸ਼ੰਕਰ ਲਾਗੇ ਪਿੰਡ ਪੈਂਦਾ ਸਤਨੌਰ, ਉੱਥੇ ਹਕੀਮ ਸਾਹਿਬ ਦਾ ਪਤਾ ਲੱਗਾ। ਪੁਰਸ਼ੋਤਮ ਸਿੰਘ ਉਹਨਾਂ ਦਾ ਨਾਂ ਸੀ, ਫੌਜੀ ਬੰਦੇ ਸੀ। ਉਹਨਾਂ ਤੋਂ ਫਿਰ ਦਵਾਈ ਲਿਆਂਦੀ ਅਸੀਂ ਕੋਈ ਹਫ਼ਤੇ ਦੀ। ਉਹ ਦਵਾਈ ਦੇ ਨਾਲ ਸਾਡੇ ਮੰਮੀ ਹੁਣੀ ਫਰਕ ਪੈਣਾ ਸ਼ੁਰੂ ਹੋ ਗਿਆ ਦਵਾਈ ਨਾਲ। ਫਿਰ ਕਹਿ ਲਓ ਵੀ ਉਹ ਸਾਲ, 1.5 ਸਾਲ, 2 ਸਾਲ ਹੀ ਬਿਲਕੁਲ ਠੀਕ ਠਾਕ ਰਹੇ। ਅਸੀਂ ਫਿਰ ਉਹਨਾਂ ਹਕੀਮ ਸਾਹਿਬ ਦਾ ਮਿਹਨਤ ਤਰਲਾ ਕੀਤਾ ਵੀ ਤੁਸੀਂ ਸਾਡੇ ਤੋਂ ਇੱਕ ਦਿਨ ਆਓ। ਉਹ ਸਾਡੇ ਤੋਂ ਭਾਜੀ 12 ਸਾਲ ਪਿੰਡ ਚੰਡੀਦਾਸ ਸ਼ੁੱਕਰਵਾਰ ਦੇ ਸ਼ੁੱਕਰਵਾਰ ਆਉਂਦੇ ਰਹੇ। ਉਹਨਾਂ ਤੋਂ ਬੈਠੇ ਫਿਰ ਇਹ ਕੰਮ ਸਿੱਖ ਲਿਆ ਬਾਪੂ ਜੀ ਨੇ ਹੁਣੀ, ਤੇ ਨਾਲ ਹੀ ਮੈਂ ਸੀ ਉਦੋਂ ਲੱਗਾ, ਨਾਲ ਹੀ ਕਰਦੇ। ਬਾਪੂ ਜੀ ਹੁਣੀ ਪਹਿਲਾਂ ਸਾਡੇ ਉਹੀ ਸੀ ਚੰਡੀਦਾਸ ਵਾਲੇ ਜਿਨ੍ਹਾਂ ਨੂੰ ਸਾਦੇ ਆ, ਤੇ ਮੈਂ ਨਹੀਂ ਸੀ ਇੱਥੇ ਵੀ ਲਾਗੇ ਬਹੁਤਾ ਬਹਿੰਦਾ। ਮੈਂ ਤਾਂ ਬਾਪੂ ਜੀ ਹੁਣਾਂ ਦੇ ਬਾਅਦ ਵਿੱਚ ਜਦੋਂ ਪੂਰੇ ਹੋ ਗਏ 17 'ਚ, ਉਸ ਤੋਂ ਬਾਅਦ ਫਿਰ ਇੱਧਰਲੇ ਪਾਸੇ ਨੂੰ ਬੈਠੇ ਆ। ਮਤਲਬ ਤੁਹਾਡੇ ਬਾਪੂ ਜੀ ਦਾ ਤੁਸੀਂ ਜ਼ਿਕਰ ਕਰਦੇ ਸੀਗੇ ਵੀ ਅਮਰੀਕਾ, ਕੈਨੇਡਾ, ਦੁਨੀਆ ਦਾ ਕੋਈ ਮੁਲਕ ਨਹੀਂ ਹੈ ਜਿੱਥੇ ਉਹ ਘੁੰਮੇ ਨਹੀਂ, ਜਿੱਥੇ ਉਹਨਾਂ ਨੇ ਯਾਤਰਾ ਨਹੀਂ ਕੀਤੀ ਆਪਣੀ ਨੌਕਰੀ ਦੇ ਦੌਰਾਨ। ਪਰ ਫਿਰ ਉਹਨਾਂ ਦੇ ਲਈ ਇੱਥੇ ਆ ਕੇ ਵੈਦਪੁਣਾ ਕਰਨਾ ਜਾਂ ਹਕੀਮੀ ਕਰਨਾ, ਕਿਵੇਂ ਉਹਨਾਂ ਨੇ ਆਪਣੀ ਨੌਕਰੀ ਛੱਡੀ ਸੀ? ਇਹ ਭਾਜੀ ਇਦਾਂ ਸੀ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਵੀ ਮਾਤਾ ਜੀ ਹੁਣਾਂ ਨੂੰ ਕੈਂਸਰ ਹੋ ਗਿਆ ਸੀ, ਉਦੋਂ ਉਹ ਨਹੀਂ ਜਾਣਾ ਸੀ ਬਾਹਰ ਵਾਪਸ। ਫਿਰ ਇੱਕ ਬਜ਼ੁਰਗ ਆਏ, ਉਹਨਾਂ ਨੂੰ ਆਪਣੇ ਗਦੂਦਾਂ ਦੀ ਦਵਾਈ ਦਿੱਤੀ। ਬਸ ਉਹ ਦਵਾਈ ਦਿੱਤੀ, ਬਜ਼ੁਰਗ ਠੀਕ ਹੋ ਗਏ, ਗਰੀਬ ਸੀ। ਤੇ ਉਹਨੇ ਜਦੋਂ ਆਣ ਕੇ ਬਾਪੂ ਜੀ ਉਹਨਾਂ ਨੂੰ ਮਿਲੇ, ਦੱਸਿਆ ਵੀ ਮੈਂ ਠੀਕ ਆ। ਉਸ ਤੋਂ ਬਾਅਦ ਆ ਬਾਪੂ ਜੀ ਹੁਣੀ ਤੇ ਬਾਹਰ ਦਾ ਤਾਂ ਨਾਂ ਹੀ ਛੱਡ ਦਿੱਤਾ। ਤੇ ਇੱਥੇ ਤੱਕ ਵੀ ਸਾਡੇ ਬਾਪੂ ਜੀ ਨੂੰ ਇਹ ਨਹੀਂ ਪਤਾ ਵੀ ਸਾਡੇ ਤੋਂ ਡੰਗਰ ਕਿੰਨੇ ਆ, ਜਾਂ ਕੀ ਫਸਲ ਬੀਜੀ ਆ, ਜਾਂ ਕੀ ਵੇਚ ਕੇ ਆਏ ਆ। ਕਦੀ ਨਹੀਂ ਉਹਨੇ ਇੰਟਰਸਟ ਰੱਖਿਆ, ਸਿਰਫ ਉਹਨਾਂ ਨੂੰ ਦਵਾਈਆਂ ਨਾਲ ਹੀ ਮਤਲਬ ਸੀ। ਹੁਣ ਸਾਰੀ ਜ਼ਿੰਦਗੀ ਆਪਣੀ ਇਸੇ ਚੀਜ਼ ਨੂੰ ਸਮਰਪਿਤ ਕਰ, ਇਸੇ ਕੰਮ ਦੇ ਵਿੱਚ ਨਾ ਉਹਨੇ ਕੱਢੀ, ਟੌਰ ਦੇ ਨਾਲ ਜੀ ਆ, ਤੇ ਕੋਈ ਕਿਸੇ ਤੋਂ ਵੀ ਪੈਸਾ ਨਹੀਂ ਲਿਆ ਉਹਨੇ। ਪਰ ਅੱਜ ਕੱਲ੍ਹ ਇਲਾਜ ਬਹੁਤ ਮਹਿੰਗੇ ਨੇ, ਦਵਾਈ ਲੈਣ ਚੱਲ ਜਾਓ ਤਾਂ ਮੈਨੂੰ ਲੱਗਦਾ ਵੀ 500, 1000, 2000 ਰੁਪਈਆ ਡਾਕਟਰ ਉੱਥੇ ਲੈ ਲੈਂਦੇ ਨੇ। ਤੁਸੀਂ ਦਵਾਈਆਂ ਕਿਵੇਂ, ਕੋਈ ਪੈਸਾ ਵੀ ਲੈਂਦੇ ਹੋ ਸੰਗਤ ਤੋਂ, ਜਾਂ ਜਿਹੜੇ ਬਿਮਾਰੀ ਕਰਨ ਮਰੀਜ਼ ਆਉਂਦੇ ਨੇ ਤੁਹਾਡੇ ਕੋਲ, ਫਿਰ ਉਹ ਕਿਵੇਂ, ਪੈਸਿਆਂ ਦੀ ਗੱਲ ਵੀ ਹੁੰਦੀ ਹੈ ਕੋਈ? ਹਾਂ, ਉਹ ਇਦਾਂ ਸੀ ਭਾਜੀ ਵੀ ਜਿਹੜੇ ਠੀਕ ਹੁੰਦੇ ਲੋਕ ਪੈਸੇ ਬਹੁਤ ਬਹੁਤ ਦਿੰਦੇ, ਪਰ ਅਸੀਂ ਇੱਧਰਲੇ ਪਾਸੇ ਨੂੰ ਨਹੀਂ ਦਿਮਾਗ ਦੜਾਉਂਦੇ। ਫਿਰ ਕੋਈ ਸੱਜਣਾ ਦੇ ਕਹਿਣ 'ਤੇ ਇਹ ਗੋਲਕ ਰੱਖ ਦਿੱਤੀ ਆ ਖੁਸ਼ੀ ਦੇ ਨਾਲ, ਕੋਈ 10 ਪਾ ਦੇ, 20 ਪਾ ਦੇ, 50 ਪਾਵੇ, ਨਾ ਪਾਏ। ਦਵਾਈ ਇਹ ਨਹੀਂ ਵੀ ਇਹਨੇ 10 ਪਾਏ ਤਾਂ ਇਹਨੂੰ ਦਵਾਈ ਆਹ ਦੇਣੀ ਆ। ਦਵਾਈ ਵਾਲ ਨਹੀਂ ਕੋਈ ਵੀ ਕਿਸੇ ਨਾਲ, ਦਵਾਈ ਜੋ ਜਿਹਨੂੰ ਜਿੱਦਾਂ ਦੀ ਲੋੜ ਉਹਨੂੰ ਦਵਾਈ ਦੇਣੀ। ਉਹ ਚਾਹੇ 1000 ਦੀ ਦਵਾਈ ਲੈ ਜਾਏ, ਚਾਹੇ 2000 ਦੀ ਲੈ ਜਾਏ, ਪੈਸੇ ਭਾਵੇਂ ਉਹ 10 ਪਾਏ ਨਾ ਪਾਏ, ਇਹ ਨਹੀਂ ਟੈਨਸ਼ਨ ਦਿਮਾਗ 'ਤੇ। ਅੱਛਾ, ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਤੁਹਾਡੇ ਕੋਲ ਦਵਾਈ ਲੈਣ? ਇਹ ਲੋਕ ਭਾਜੀ ਇਸ ਵੇਲੇ ਪੰਜਾਬ ਦੇ ਟੋਟਲ, ਯੂਪੀ ਦੇ ਬਹੁਤ ਆਉਂਦੇ ਆ, ਹਿਮਾਚਲ ਦੇ ਬਹੁਤ ਆਉਂਦੇ ਆ, ਬਿਹਾਰ ਦੇ ਆਉਂਦੇ ਆ, ਕੇਰਲਾ ਕਿੱਥੇ ਦੇਖ ਲਓ, ਕੇਰਲਾ ਤੱਕ ਬਾਹਰ ਦਵਾਈ ਬਹੁਤ ਜਾਂਦੀ ਆ। ਜਿਹੜੇ ਬਾਹਰ ਅਮਰੀਕਾ, ਕੈਨੇਡਾ? ਬਿਲਕੁਲ ਜੀ, ਅਮਰੀਕਾ, ਕੈਨੇਡਾ ਦਵਾਈ ਜਾਂਦੀ ਆ, ਇੰਗਲੈਂਡ। ਜਿਹੜੇ ਬੰਦੇ ਠੀਕ ਹੁੰਦੇ ਤਾਂ ਫਿਰ ਆਉਂਦੇ ਨਾਲ ਭੇਜਦੇ ਵੀ ਦੱਸੋ ਦਵਾਈ ਸਾਡੀ ਇਹਨੇ ਦਿੰਦੀ ਭੇਜ ਦਿਓ, ਸਾਡੇ ਇਹਦੇ ਦਿੰਦੀ ਭੇਜ ਦਿਓ। ਫਿਰ ਇਹਦੇ ਵਿੱਚ ਵਰਤੋਂ ਕਿਹੜੀਆਂ ਚੀਜ਼ਾਂ ਦੀ ਕਰਦੇ ਹੋ, ਕਿੱਥੋਂ ਲਿਆਉਂਦੇ ਹੋ ਜੜੀਆਂ ਬੂਟੀਆਂ, ਕਿੱਥੋਂ ਇਹ ਸਾਰਾ ਮਟੀਰੀਅਲ ਤੁਹਾਡੇ ਕੋਲ ਆਉਂਦਾ? ਇਹ ਜਿੱਦਾਂ ਹੁਣ ਸਾਡੀ ਕਹਿ ਲਓ ਪੱਥਰੀ ਦੀ ਦਵਾਈ ਆ ਭਾਜੀ, ਇਹ ਹੈਗੀ ਜਦ ਦਰਅਸਲ 'ਚ ਜਿੱਦਾਂ ਤੇਲਿਆ ਉਹਨਾਂ ਦੇ ਬਾਲਣ ਦੀ ਸੋਧ ਕੇ ਬਣਾਈ ਦੀ ਦਵਾਈ ਅਸੀਂ। ਉਹ ਤਾਂ ਆਮ ਤੁਹਾਨੂੰ ਮੈਂ ਅੰਦਰ ਦੱਸਿਆ, ਦਿਖਾ ਦਿੰਦਾ ਆ, ਤੁਸੀਂ ਅੰਦਰ ਦੇਖੋ, ਅੰਦਰ ਤਾਂ ਇਹ ਸਵਾਦ ਭਰਿਆ ਆ। ਇਹ ਚੀਜ਼ਾਂ ਦੀ ਵਰਤੋਂ ਜਿਹੜੀ ਆਮ ਸਾਡੇ ਦਰਖਤ ਇੱਧਰ ਹੈਗੇ ਆ, ਜਿੱਦਾਂ ਕਹਿ ਲਓ ਅਰਜਨ ਛਾਲ ਦਾ ਦਰਖਤ ਆ, ਇਹ ਬਹੁਤ ਵਧੀਆ ਚੀਜ਼ ਆ। ਤੇ ਪਿੱਪਲ ਦਾ ਦਰਖਤ ਆ, ਇਹ ਬਹੁਤ ਵਧੀਆ ਚੀਜ਼ ਹੈ। ਰਹਿਣ ਦਾ ਦਰਖਤ ਆ, ਇਹ ਬਹੁਤ ਵਧੀਆ ਚੀਜ਼ ਹੈ, ਦਵਾਈ 'ਚ ਵਰਤਦੇ ਅਸੀਂ, ਤੇ ਇਹਦਾ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਆਉਂਦੇ ਆ।
ਅਕਸਰ ਆਪਾਂ ਇਹ ਗੱਲ ਸੁਣਦੇ ਹਾਂ ਵੀ ਜਿਹੜੇ ਵੈਦ ਹਕੀਮ ਨੇ ਉਹ ਰਸੋਈ ਦੇ ਅੰਦਰੋਂ ਹੀ ਸਮਾਨ ਜਿਹੜਾ ਅਸੀਂ ਆਪਣੀਆਂ ਸਬਜ਼ੀਆਂ ਬਣਾਉਣ ਲਈ ਰੱਖਿਆ ਹੁੰਦਾ ਹੈ ਉਹੀ ਚੀਜ਼ਾਂ ਵਰਤ ਕੇ ਦਵਾਈਆਂ ਵੀ ਤਿਆਰ ਕਰ ਦਿੰਦੇ ਨੇ ਔਰ ਨੁਸਖੇ ਬੜੇ ਕਾਮਯਾਬ ਹੁੰਦੇ ਨੇ। ਉਹ ਸੱਚਾਈ ਹੈ ਇਸ ਗੱਲ 'ਚ? ਸੱਚਾਈ, ਬਿਲਕੁਲ ਸੱਚਾਈ ਆ। ਇਹ ਹੁਣ ਤੁਸੀਂ ਦੇਖ ਲਓ ਵੀ ਜਿਹੜਾ ਸੁਰਮਾ ਦੇਈਦਾ ਉਹ ਵਾਕਈ ਰਸੋਈ ਵਾਲੀ ਗੱਲ ਆ। ਕਾਲੀ ਮਿਰਚਾਂ ਜਿੱਦਾਂ ਆ ਰਸੋਈ ਵਾਲੀ ਗੱਲ ਹੀ ਆ, ਰਸੋਈ 'ਚ ਚੱਕ ਕੇ ਪਾ ਲਓ। ਪਰ ਉਹਨਾਂ ਦੀ ਮਿਹਨਤ ਆਉਂਦੀ ਆ, ਸੋਧਣ ਨੂੰ ਮਿਹਨਤ ਆਉਂਦੀ ਆ। ਆ ਗੰਢੇ ਆ ਜਿੱਦਾਂ ਮੈਂ ਹੁਣ ਤੁਹਾਨੂੰ ਦੱਸਿਆ ਵੀ ਆ ਹਾਰਟ ਵਾਲਾ ਨੁਕਸਾ ਦੱਸਿਆ, ਸੇਬ ਆਵਲਾ ਅਨਾਰ ਤੇ ਕੁਝ ਵੀ ਨਹੀਂ ਉੱਤੇ। ਜਿਹੜਾ ਦੂਸਰਾ ਸਮਾਨ ਹੈ ਸਭ ਨਾਲ ਸਾਡੇ ਘਰ ਦਾ ਗੋਲ ਘੀਆ ਘਰ ਦਾ ਹੋ ਗਿਆ ਆ, ਤੁਲਸੀ ਦੇ ਪੱਤੇ ਆ, ਪੂਤਨਾ ਆ, ਕਾਲੀ ਮਿਰਚ ਦੇ ਦਾਣੇ ਘਰ ਦਾ ਸਮਾਨ ਹੀ ਹੋ ਗਿਆ ਸਾਰਾ ਇਹ। ਪਰ ਅਸੀਂ ਲੋਕ ਜਿਹੜੇ ਹੈਗੇ ਛੇਤੀ ਕਰਕੇ ਡਾਕਟਰ ਵੱਲ ਦੌੜਦੇ ਆ। ਤੇ ਤੁਹਾਨੂੰ ਪਤਾ ਡਾਕਟਰ ਦੇ ਜਦੋਂ ਚੜ੍ਹਦਾ ਕੱਸੇ ਦਾ ਫਿਰ ਕਿੱਦਾਂ ਹੁੰਦੀ ਆ। ਆ ਜਿਹੜਾ ਤੁਹਾਡੇ ਕੋਲੇ ਜੜੀਆਂ ਬੂਟੀਆਂ ਪਈਆਂ ਨੇ ਇਹ ਕਿਸ ਬਿਮਾਰੀ ਦੇ ਲਈ ਇਹ ਤੋਂ ਦਵਾਈ ਬਣਨੀ ਆ ਔਰ ਇਹਦੇ ਵਿੱਚ ਕੀ ਕੀ ਹੈ? ਇਹ ਜਿਹੜੀ ਬੂਟੀਆਂ ਵਾਲਾ ਭਾਜੀ ਪੈਕਟ ਆ ਇਹਦੇ ਵਿੱਚ 6-7 ਚੀਜ਼ਾਂ ਆ, ਜਿਵੇਂ ਕਿ ਗਲੋ ਆ, ਨਿੰਮ ਆ, ਪੂਤਨਾ, ਮਹਿੰਦੀ, ਤੁਲਸੀ, ਇਹ ਐਰਾ ਵਗੈਰਾ ਚੀਜ਼ਾਂ ਇਦਾਂ ਦੀਆਂ ਪਾਈਆਂ। ਇੱਕ ਰਸੌਂਤ ਪਾਈ ਅਸੀਂ ਵਿੱਚ ਗੋਲੀ ਛੋਟੀ। ਇਹ ਪੇਟ ਦੀ ਕੋਈ ਵੀ ਬਿਮਾਰੀ ਜਿੱਦਾਂ ਕਹਿ ਲਓ ਉਹਦੇ ਵਾਸਤੇ ਇਹ ਠੀਕ ਆ। ਇਹ ਸ਼ੂਗਰ ਨੂੰ ਵੀ ਠੀਕ ਕਰਦੀ ਆ, ਆਪਣੇ ਪੇਟ 'ਚ ਜਿੱਦਾਂ ਗੈਸ ਆ, ਤੇਜ਼ਾਬ ਆ, ਮੋਟਾਪਾ ਪਾਉਂਦੇ ਸਭ ਨੂੰ। ਜਿਹਦਾ ਮੇਨ ਗੱਲ ਹੈ ਮਿਹਦਾ ਠੀਕ। ਇਹ ਦਵਾਈ ਦਾ ਮੇਨ ਕਾਰਨ ਹੀ ਮਿਹਦਾ ਠੀਕ ਕਰਨਾ। ਇਹ ਤੰਦਰੁਸਤ ਬੰਦਾ ਹੀ ਪੀਵੇ, ਕੋਈ ਡਰ ਨਹੀਂ। ਇਹ ਤਾਂ ਬੰਦਾ ਆਮ ਵੀ ਆਪਣੇ ਘਰ ਜਿੱਦਾਂ ਮੈਂ ਦੱਸਿਆ ਆ ਇਹ ਆਪਣੇ ਘਰ ਬਣਾ ਸਕਦਾ ਆ। ਅੱਛਾ, ਜਿਹੜੀ ਤੁਸੀਂ ਹੁਣੇ ਆਪਾਂ ਇੱਕ ਦਵਾਈ ਆਪਾਂ ਦੇਖ ਰਹੇ ਸੀ ਜਿਹੜੀ ਤੁਸੀਂ ਤਿਆਰ ਕਰ ਰਹੇ ਸੀਗੇ ਉਹਦੇ ਵਿੱਚ ਉਹ ਕਿਸ ਚੀਜ਼ ਦੀ ਬਿਮਾਰੀ ਦੀ ਦਵਾਈ ਹੈ ਔਰ ਉਹਦੇ ਵਿੱਚ ਕੀ ਕੀ ਪਾਇਆ ਗਿਆ? ਉਹ ਜਿੱਦਾਂ ਅਸੀਂ ਭਾਜੀ ਦਵਾਈ ਤਿਆਰ ਕਰਦੇ ਸੀ ਉਹ ਤਾਂ ਫਟਕੜੀ ਆ, ਖੰਡ ਰਸੋਈ 'ਚ ਲੈ ਲਓ, ਹਲਦੀ ਆਪਣੀ ਰਸੋਈ 'ਚ ਲੈ ਲਓ, ਉਹਦੇ ਵਾਸਤੇ ਆ। ਹਾਂ, ਜਿੱਦਾਂ ਕਿਲੋ ਖੰਡ ਪਾ ਲਓ ਅਤੇ 400 ਗ੍ਰਾਮ ਪੀਸੀਓ ਖੰਡ ਪਾ ਲੈਣੀ ਆ, ਹਲਦੀ ਤੁਹਾਡੇ ਸਾਹਮਣੇ ਲੋੜ ਅਨੁਸਾਰ ਜਿੰਨੀ ਪਾਈ ਆ, ਅਤੇ ਉਹ ਦਵਾਈ ਤਿਆਰ ਹੋ ਗਈ। ਅਤੇ ਖਾਣੀ 2 ਦਿਨ ਉਹ ਬਵਾਸੀਰ ਵਾਸਤੇ। ਖਾਣੀ ਫਿਰ ਕਿਵੇਂ ਆ? ਉਹਨੂੰ ਅੱਜ ਸ਼ਾਮ ਨੂੰ ਜਿੱਦਾਂ ਡੋਜ਼ ਦੇਣੀ ਚਮਚਾ, ਅੱਧੀ ਦਵਾਈ ਅੱਜ ਕੇਲੇ 'ਚ ਭਰ ਕੇ ਰੱਖ ਦੇਣੀ ਆ, ਕੇਲਾ ਬਾਹਰ ਰੱਖਣਾ, ਸਵੇਰੇ ਉੱਠ ਕੇ ਖਾਲੀ ਪੇਟੋਂ ਕੇਲਾ ਖਾ ਲੈਣਾ। ਇੱਕ ਅੱਜ ਲਾ ਕੇ ਕੱਲ੍ਹ ਖਾਣਾ, ਇੱਕ ਕੱਲ੍ਹ ਲਾ ਕੇ ਪਰਸੋਂ ਖਾ ਲੈਣਾ। ਪਹਿਲਾ ਕੇਲਾ ਖਾਣ ਤੋਂ ਬਾਅਦ 48 ਘੰਟੇ ਪਾਣੀ ਨਹੀਂ ਪੀਣਾ, ਚਾਹ, ਦੁੱਧ, ਕੱਚੀ ਲੱਸੀ ਜੋ ਮਰਜ਼ੀ ਪੀਓ, ਗਰਮ ਚੀਜ਼ ਨਹੀਂ ਖਾਣੀ ਕੋਈ ਵੀ। ਫਿਰ ਦਾਵਾ ਹੈ ਤੁਹਾਡਾ ਵੀ ਉਹ ਠੀਕ ਹੋ ਜਾਊਗਾ ਬਵਾਸੀਰ ਦਾ? ਸ਼ੋਰ, ਬਹੁਤ ਮਰੀਜ਼ ਖੜਦੇ ਦਵਾਈ ਭਾਜੀ, ਬਹੁਤ ਮਰੀਜ਼ ਖੜਦੇ ਠੀਕ ਹੈ। ਪਰ ਤੁਹਾਡੇ ਤਾਂ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਡਾਕਟਰ ਨੇ, ਉਹ ਡਾਕਟਰ ਵੀ ਤੁਹਾਡੇ ਤੋਂ ਤੰਗ ਆ ਜਾਂਦੇ ਹੋਊਗੇ ਵੀ ਆਪਾਂ ਇੱਧਰ ਸਾਡਾ ਕਾਰੋਬਾਰ ਚੱਲ ਰਿਹਾ ਹੈ, ਸਾਡੇ ਹਸਪੀਟਲ ਖੋਲ੍ਹੇ, ਇਹਨਾਂ ਨਾਲ ਖਰਚਾ ਹੈ, ਸਟਾਫ ਰੱਖਿਆ, ਪਰ ਤੁਸੀਂ ਇੱਥੇ ਨਾ ਕੋਈ ਸਟਾਫ ਰੱਖਿਆ, ਪਰਿਵਾਰ ਦੇ 2-4 ਜੀ ਹੋ ਔਰ ਮੁਫਤ ਦਵਾਈਆਂ ਦੇਈ ਜਾ ਰਹੇ ਹੋ, ਫਿਰ ਤੰਗ ਨਹੀਂ ਹੁੰਦੇ ਡਾਕਟਰ? ਭਾਜੀ ਹੁਣ ਵਿੱਚੋਂ ਵਿੱਚ ਤਾਂ ਤੰਗ ਹੁੰਦੇ ਹੀ ਆ, ਹੁਣ ਕੀ ਕਹਿਣਾ ਉਹਨਾਂ ਨੂੰ, ਵਿੱਚੋਂ ਵਿੱਚ ਹੁੰਦੇ ਹੀ ਆ ਤੰਗ। ਅਤੇ ਚਲੋ ਅਸੀਂ ਕਾਹਤੋਂ ਕਹਿਣਾ ਵੀ ਇਹ ਦੇਖ ਲਓ ਵੀ ਅੱਗੇ ਅਸੀਂ ਸਾਡੇ ਪੂਰੀ ਸਾਹਿਬ ਸਕੈਨਿੰਗ ਵਾਲੇ ਜਿਹੜੇ ਆ ਉੱਦਾਂ ਬਾਹਰ 700-800 ਰੁਪਈਆ ਲੈਂਦੇ ਸਕੈਨਿੰਗ ਦਾ, ਅਤੇ ਇਹਨਾਂ ਨਾਲ ਸਾਡਾ ਸੀਗਾ ਵੀ ਅਸੀਂ ਇਹ ਪਰਚੀ ਲਿਖ ਕੇ ਦੇਈਦੀ ਸੀ ਉਹਨਾਂ ਦੀ, ਅਤੇ 250 ਰੁਪਏ 'ਚ ਸਕੈਨ ਕਰਦੇ ਸੀ। ਸਾਡੇ ਉਹ ਅਸਲਾਂ SMO ਸਾਹਿਬ ਆ ਦਸੂਹੇ ਦੇ ਵਿੱਚ, ਆ ਹੁਣ ਕਰੋਨਾ ਕਰਕੇ ਉਹਨਾਂ ਦੀ ਸਕੈਨਿੰਗ ਜਿਹੜੀ ਉਹ ਬੰਦ ਹੋਈ ਆ, ਅਤੇ ਉਹ 250 ਰੁਪਏ ਦੇ ਵਿੱਚ ਸਕੈਨ ਕਰਦੇ ਸੀ। ਹੁਣ ਬਾਕੀ ਜਿਹੜੇ ਨਹੀਂ ਮੰਨਦੇ ਅਸੀਂ ਨਹੀਂ ਘੱਲੀਦਾ, ਮਰੀਜ਼ ਨੂੰ ਕਹਿੰਦਾ ਵੀ ਜਿੱਥੇ ਮਰਜ਼ੀ ਕਰਾ ਲਾ ਪਏ ਅਸੀਂ। ਪਰ ਜਿਵੇਂ ਇਹਦੇ ਉੱਤੇ ਖਰਚਾ ਵੀ ਬਹੁਤ ਸਾਰਾ ਆਉਂਦਾ ਹੋਊਗਾ, ਵੱਡੀ ਗੱਲ ਆ ਵੀ ਸਮਾਂ ਦੇਣਾ ਪੈਂਦਾ ਹੈ, ਜੜੀਆਂ ਬੂਟੀਆਂ ਕੁੱਟਣੀਆਂ, ਪੀਸਣੀਆਂ, ਤਿਆਰ ਕਰਨੀਆਂ, ਫਿਰ ਤੁਹਾਡੀ ਆਪਣੇ ਰੁਝੇਵੇਂ ਛੱਡ ਕੇ ਫਿਰ ਇੱਧਰ ਨੂੰ ਕਿਵੇਂ? ਕਦੇ ਮਨ ਨੂੰ ਆਉਂਦਾ ਨਹੀਂ ਵੀ ਮੈਂ ਕਿਹੜੇ ਚੱਕਰ 'ਚ ਪਿਆ, ਫਰੀ ਦਾ, ਨਾ ਮੈਨੂੰ ਕੋਈ ਆਮਦਨ ਹੈ, ਨਾ ਕੋਈ ਮੈਂ ਤੋਂ ਕਮਾ ਰਿਹਾ, ਪਰਿਵਾਰ ਵੀ ਤੋਰਨਾ ਹੈ, ਪਰਿਵਾਰ ਦੇ ਕੰਮ ਵੀ ਦੇਖਣੇ ਨੇ, ਫਿਰ ਉਹ ਕਿਵੇਂ ਮੈਨੇਜ ਕਰਦੇ? ਨਹੀਂ ਦੇਖੋ ਭਾਜੀ ਵੀ ਸਾਡੇ ਬਾਪੂ ਜੀ ਹੁਣੀ ਇੱਧਰਲੇ ਪਾਸੇ ਸੀ ਅਤੇ ਕਿਸੇ ਗੱਲ ਦੀ ਵੀ ਕਮੀ ਨਹੀਂ ਸੀ ਘਰ 'ਚ। ਆ ਹੁਣ ਅਸੀਂ ਵੀ ਕਰਦੇ ਹਾਂ ਅਤੇ ਕਿਸੇ ਗੱਲ ਦੀ ਕੋਈ ਕਮੀ ਨਹੀਂ। ਬਿਲਕਣਾ ਤਾਂ ਬੇਸ਼ੱਕ ਦੀ ਭਾਵੇਂ ਲੱਖਾਂ ਹੁਣ ਤਾਂ ਵੀ ਬਿਲਕੀ ਜਾਣਾ ਆ, ਅਤੇ ਬੜੀ ਵਾਹਿਗੁਰੂ ਦੀ ਕਿਰਪਾ ਐਵੇਂ ਕਹਿ ਦਈਏ ਵੀ ਕਾਹਦੇ ਲਈ ਬਿਲਕਣਾ ਕਾਹਤੋਂ ਆ। ਇਹਦੇ ਨਾਲ ਮਨ ਨੂੰ ਸ਼ਾਂਤੀ ਬੜੀ ਮਿਲਦੀ ਭਾਜੀ, ਨੀਂਦ ਬੜੀ ਆਉਂਦੀ ਸੌਖੀ, ਕੋਈ ਫਿਕਰ ਨਹੀਂ, ਕੋਈ ਬੋਝ ਨਹੀਂ ਸਿਰ ਦੇ ਉੱਤੇ। ਪੈਸੇ ਤਾਂ ਘੱਟ ਵੱਧ ਆਉਂਦੇ ਰਹਿੰਦੇ ਇਨਸਾਨ ਦੇ ਕੋਲ, ਪੈਸਿਆਂ ਨਾਲ ਨਹੀਂ ਉਹਨਾਂ ਮਜ਼ਾ ਜਿੰਨਾ ਇਹਦੇ ਨਾਲ ਮਜ਼ਾ ਜ਼ਿਆਦਾ ਆ। ਇਹ ਕੰਮ ਦੇ ਨਾਲ ਮਜ਼ਾ ਜ਼ਿਆਦਾ ਬਹੁਤ ਆਉਂਦਾ ਜਦੋਂ ਆਣ ਕੇ। ਜਿਵੇਂ ਮੈਂ ਇੱਥੇ ਦੇਖ ਰਿਹਾ ਹਾਂ ਵੀ ਆ ਤੁਸੀਂ ਨੁਸਖੇ ਤਿਆਰ ਕਰਕੇ ਪਰਚੀਆਂ ਛਪਾਈਆਂ ਨੇ, ਜੇਕਰ ਅਸੀਂ ਕਿਸੇ ਕੋਲੋਂ ਕੋਈ ਨੁਕਸਾ ਜਾਂ ਅਸੀਂ ਕੋਈ ਦਵਾਈ ਬਣਾਉਣੀ ਸੀ ਪੁੱਛ ਲਈਏ ਤਾਂ ਮੈਨੂੰ ਲੱਗਦਾ ਕੋਈ ਵੈਦ ਹਕੀਮ, ਸ਼ਾਇਦ ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੂੰਗਾ ਵੀ ਇਹ ਨੁਸਖੇ ਤਿਆਰ ਕਰਕੇ ਰੱਖੇ ਨੇ, ਇਹ ਦਵਾਈਆਂ ਤੁਸੀਂ ਆਪਣੀ ਰਸੋਈ ਦੇ ਵਿੱਚੋਂ ਸਮਾਨ ਕੱਢ ਕੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਇਹਦੇ ਉੱਤੇ ਜਾਣਕਾਰੀ ਦਿੱਤੀ ਹੈ ਤਾਂ ਤੁਸੀਂ ਇਹ ਦਵਾਈਆਂ ਆਪਣੇ ਘਰ ਬੈਠੇ ਖੁਦ ਤਿਆਰ ਕਰ ਸਕਦੇ ਹੋ। ਸਵਾਲ ਇਹੀ ਹੈ
ਵੀ ਲੋਕ ਦੱਸਦੇ ਨਹੀਂ ਦੱਸਦੇ ਵੀ ਤੁਸੀਂ ਆਹ ਚੀਜ਼ ਵਰਤ ਲਓ ਜਾਂ ਕੋਈ ਦਵਾਈ ਤਿਆਰ ਕਰਕੇ ਖਾਣੀ ਹੈ ਤਾਂ ਇਸ ਤਰੀਕੇ ਨਾਲ ਤਿਆਰ ਕਰ ਲਓ, ਪਰ ਤੁਸੀਂ ਤਾਂ ਪਰਚੀਆਂ ਛਪਾ ਦਿੱਤੀਆਂ। ਕਿਉਂ ਇਹ ਮਾਈਂਡ ਦੇ ਵਿੱਚ ਕਿਉਂ ਆਇਆ ਤੁਹਾਡੇ? ਇਹ ਮਾਈਂਡ ਦੇ ਵਿੱਚ ਇਦਾਂ ਆ ਭਾਜੀ ਭਈ ਇੱਥੋਂ ਮੁੰਡਿਆਂ ਨੇ ਤਿੰਨਾਂ ਚੋਂ ਨੇ ਕੰਮ ਸਿੱਖਿਆ ਸੀ, ਦੁਕਾਨਾਂ ਪਾਈਆਂ, ਪਰ ਉਹ ਕੰਮ ਸਿੱਖਣ ਤੋਂ ਬਾਵਜੂਦ ਮੁੜ ਕੇ ਪਛਾਣਦੇ ਨਹੀਂ। ਉਹਨਾਂ ਤੋਂ ਤੁਸੀਂ ਪੁੱਛ ਲਓ, ਉਹਨੇ ਤੁਹਾਨੂੰ ਕੁਝ ਨਹੀਂ ਦੱਸਣਾ। ਤੇ ਆਪਣੀ ਹੈਗੀ ਵੀ ਜੇ ਉਹ ਨਹੀਂ ਕੋਈ ਸਾਨੂੰ ਬੁਲਾਉਂਦੇ, ਅਸੀਂ ਵੀ ਕਿਉਂ ਪਰਵਾਹ ਕਰੀਏ ਕਿਸੇ ਦੀ? ਘੜੀ ਦਾ ਪਤਾ ਨਹੀਂ ਵੀ ਕੀ ਹੋ ਜਾਣਾ। ਇਸ ਕਰਕੇ ਵੀ ਜਿਹੜੀ ਇਹ ਚੀਜ਼ ਹੈ ਲੈਣ ਲੈ ਕੇ ਨਾ ਮਰੀਏ, ਦੁਨੀਆ ਨੂੰ ਪਤਾ ਲੱਗੇ ਵੀ ਆਹ ਚੀਜ਼ ਹੈਗੀ ਆ। ਜਿੱਦਾਂ ਕਿ ਹੁਣ ਮੈਨੂੰ ਇੱਕ ਛੋਟੀ ਉਮਰ ਦਾ ਸੀ ਮੁੰਡਾ, ਕਹਿ ਲਓ ਵੀ 20-22 ਸਾਲ ਦਾ, ਜਿਹੜਾ ਨੁਕਸਾ ਮੈਨੂੰ ਉਹਨੇ ਵੀ ਚਲੋ ਕਿਸੇ ਨੇ ਉਹਨੂੰ ਦੱਸਿਆ, ਪਰ ਉਹਨੇ ਮੇਰੇ ਨਾਲ ਸ਼ੇਅਰ ਕੀਤਾ। ਉਹ ਨੁਕਸਾ ਮੈਂ ਤਿਆਰ ਕੀਤਾ, ਜਿੱਦਾਂ ਆਪਣੇ ਲੱਕ ਡਿਸਕ ਦੀ ਹੋ ਜਾਂਦੀ ਆ, ਲੱਤ ਬਾਂਹ ਸੌਂਦੀ ਆ, ਤੇ ਉਹ ਮੈਂ ਇਸ ਲਈ ਨੁਕਸਾ ਤਿੰਨਾਂ ਜਾਣਿਆਂ ਨੂੰ ਦਿੱਤਾ। ਤਿੰਨਾਂ ਦਾ ਰਿਜ਼ਲਟ ਬਹੁਤ ਵਧੀਆ ਆ। ਚੌਥੇ ਦਾ ਨੁਕਸਾ ਉਹ ਮੈਂ ਬਣਾ ਕੇ ਰੱਖਿਆ। ਉਹਨੀ ਬੰਦਿਆਂ ਨੇ ਵੀ ਉਦੋਂ ਮੈਨੂੰ ਜ਼ੋਰ ਲਿਆ ਪੈਸੇ ਦੱਸੋ, ਪਰ ਮੈਂ ਉਹਨਾਂ ਨੂੰ ਇਹੋ ਹੀ ਗੱਲ ਕਹੀ ਵੀ ਤੁਸੀਂ ਠੀਕ ਹੋਵੇ, ਪੈਸੇ ਬਾਅਦ ਚ ਲਾਂਗੇ। ਤੇ ਉਹਨਾਂ ਦੇ ਫੋਨ ਆ ਗਏ ਆ ਵੀ ਅਸੀਂ ਠੀਕ ਆ। ਨੁਕਸੇ 4 ਜਾਣੇ ਦੀ ਇੱਕ ਹੋਰ ਹੈਗੀ ਆ, ਉਹ ਵੀ ਜਿਹੜਾ ਕੋਈ ਸੱਜਣ ਬੇਲੀ ਆ ਦੇਣਾ ਉਹਨੂੰ। ਅੱਛਾ, ਇਹ ਤੁਸੀਂ ਫਿਰ ਨੁਸਖੇ ਕਿੱਦਾਂ ਸਿੱਖਦੇ ਹੋ? ਜਿਹੜੇ ਪਿਤਾ ਜੀ ਤੋਂ ਸਿੱਖੇ ਉਹੀ ਚਲਾਈ ਜਾ ਰਹੇ ਹੋ, ਜਾਂ ਅੱਗੇ ਫਿਰ ਕਿੱਦਾਂ ਕੋਈ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ, ਕਿਸੇ ਤੋਂ ਟ੍ਰੇਨਿੰਗ ਲੈਣੀ ਪੈਂਦੀ ਹੈ? ਕਿੱਥੋਂ ਸਿੱਖਦੇ ਹੋ ਸਾਰਾ ਕੁਝ? ਇਹ ਇਦਾਂ ਭਾਜੀ ਟ੍ਰੇਨਿੰਗ ਦੀ ਐਡੀ ਖਾਸ ਗੱਲ ਨਹੀਂ। ਜਿੱਦਾਂ ਵੀ ਹੁਣ ਉਹ ਮੁੰਡੇ ਨੇ ਮੈਨੂੰ ਨੁਕਸਾ ਦੱਸਿਆ ਬਣਾਉਣਾ, ਅਸੀਂ ਉਸ ਨੁਕਸੇ ਤੇ 3 ਜਾਣੇ ਸੀ ਉੱਧਰ, ਮੈਂ, ਅੰਕਾਰ ਤੇ ਸਾਡਾ ਮੁੰਡਾ ਐਕਸਰੇ ਵਾਲਾ। ਤਿੰਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਉਹਨੂੰ ਬਰੀਕ ਕਰਨ ਨੂੰ ਦਵਾਈ। ਉਹ ਕਹਿ ਲਓ ਵੀ 400 ਗ੍ਰਾਮ ਸਮਾਨ ਤਿੰਨਾਂ ਜਾਣਿਆਂ ਦਾ ਸਾਡੀ ਦਿਹਾੜੀ ਲੱਗ ਗਈ ਪੂਰੇ ਤਿਆਰ ਕਰਨੇ ਨੂੰ। ਮੈਂ ਨਾ ਬਰੀਕ ਕਰਕੇ ਪਾਊਡਰ ਬਣਾਇਆ, ਉਹ ਫਿਰ ਜਾ ਕੇ ਤਿਆਰ ਹੋਇਆ, ਫਿਰ ਜਾ ਕੇ ਉਹ ਦਵਾਈ ਅਸੀਂ ਉਹ ਅੱਗੇ ਦਿੱਤੀ ਆ। ਮਿਹਨਤ ਆਉਂਦੀ ਇਹਨਾਂ ਚੀਜ਼ਾਂ ਦੇ ਉੱਤੇ, ਮਿਹਨਤ ਆਉਂਦੀ ਆ, ਟਾਈਮ ਭੱਜਦਾ ਆ। ਪਰ ਅੱਜ ਕੱਲ੍ਹ ਲੋਕਾਂ ਨੂੰ, ਜਿਵੇਂ ਆਪਾਂ ਗੱਲ ਕਹਿ ਰਹੀਏ ਵੀ ਸਿਰ ਦਰਦ ਦੀ ਬੜੀ ਦਿੱਕਤ ਆਉਂਦੀ ਹੈ, ਕਹਿੰਦੇ ਮਾਈਗ੍ਰੇਨ ਹੋ ਗਈ, ਡਾਕਟਰ ਕਹਿ ਦਿੰਦੇ। ਬਜ਼ੁਰਗਾਂ ਦੀ ਗੱਲ ਕਰ ਲਈਏ ਜਾਂ ਘੱਟ ਉਮਰ, ਥੋੜ੍ਹੀ ਜਿਹੀ ਅੱਧ-ਖੜ ਉਮਰ ਦੇ ਇਨਸਾਨ ਦੀ ਗੱਲ ਕਰ ਲਈਏ, ਕਹਿੰਦੇ ਗੋਡੇ ਬਹੁਤ ਦਰਦ ਕਰਦੇ ਨੇ, ਉਹਨਾਂ ਦਾ ਵੀ ਕੋਈ ਇਲਾਜ ਹੈਗਾ? ਘਰੋਂ ਕਰ ਸਕਦੇ ਇਲਾਜ ਦਰਸ਼ਕ ਸਾਡੇ? ਨਹੀਂ, ਜਿੱਦਾਂ ਗੋਡਿਆਂ ਦਾ ਤਾਂ ਹੋ ਜਾਂਦਾ ਆ, ਜਿੱਦਾਂ ਤੁਸੀਂ ਸਿਰ ਦਰਦ ਦੀ ਦੱਸੀ ਆ, ਇਹ ਆਪਾਂ ਦਵਾਈ ਦੇਈ ਦੀ ਸੁੰਘਣ ਨੂੰ, ਉਹਨੂੰ ਇੱਥੇ ਹੀ ਕਹਿ ਲਓ ਵੀ 10 ਮਿੰਟਾਂ 'ਚ ਪਤਾ ਲੱਗ ਜਾਂਦਾ ਵੀ ਸਿਰ ਦਰਦ ਕਿੱਥੇ ਗਈ। ਸਿਰਫ ਇੱਥੇ ਦਵਾਈ ਸਿਖਾਉਣੀ ਇਹੀ ਉਹਨਾਂ ਨੂੰ। ਉਹ ਤਾਂ ਫਿਰ ਲੋੜ ਵਾਲੇ ਬੰਦੇ ਨੂੰ, ਜਿੱਦਾਂ ਦੂਰ ਵਾਲਾ ਬੰਦਾ ਹੋਇਆ, ਉਹਨੂੰ 5-7 ਬੂੰਦਾਂ ਦਵਾਈ ਦੀਆਂ ਉਹਦੀਆਂ ਪਾ ਕੇ ਦੇਈਦੀਆਂ ਆ। ਨਹੀਂ ਤਾਂ ਇੱਥੇ ਲਾਗੇ ਲੋਕਲ ਦਵਾਈ ਨਹੀਂ ਪਾ ਕੇ ਦੇਈਦੀ, ਕਿਉਂ ਬਣਦੀ ਮਹਿੰਗੀ ਉਹ। ਤੇ ਅਸੀਂ ਉਹ ਦਿੰਨੇ ਉਹਨਾਂ ਨੂੰ ਬੂੰਦਾਂ ਦਾ 5-7 ਸ਼ੀਸ਼ੀ 'ਚ ਪਾ ਦੇਣੀ ਵੀ ਘਰ ਜਾ ਕੇ ਤੁਸੀਂ ਸੁੰਘ ਲਓ, ਜਿਹੜੇ ਦੂਰ ਵਾਲੇ ਆ। ਤੇ ਬਹੁਤ ਵਧੀਆ ਰਿਜ਼ਲਟ ਆ ਉਹਦਾ ਦਵਾਈ ਦਾ। ਜਿਵੇਂ ਤੁਸੀਂ ਹਾਰਟ ਦੀ ਬਿਮਾਰੀ ਦਾ ਇਹ ਸਾਰਾ ਨੁਸਖਾ ਲਿਖ ਕੇ ਰੱਖਿਆ, ਲੋਕਾਂ ਨੂੰ ਵੀ ਦੱਸ ਦਿੰਦੇ ਹੋ। ਅੱਜ ਕੱਲ੍ਹ ਪੱਥਰੀ ਦਾ ਬਹੁਤ ਲੋਕਾਂ ਦੇ ਵਿੱਚ ਦਿੱਕਤ ਆ ਰਹੀ ਹੈ, ਛੋਟੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਵੀ ਪੱਥਰੀ ਦਾ ਤੋਂ ਲੋਕ ਪੀੜਤ ਨੇ। ਉਹਦੇ ਵਾਸਤੇ ਵੀ ਹੈਗੀ ਹੈ ਦਵਾਈ ਤੁਹਾਡੇ ਕੋਲ, ਔਰ ਕਿੱਦਾਂ ਤਿਆਰ ਕਰਦੇ ਹੋ? ਇਹ ਜਿੱਦਾਂ ਮੈਂ ਭਾਜੀ ਤੁਹਾਨੂੰ ਪਹਿਲਾਂ ਦੱਸਿਆ ਵੀ ਤਿਲਾਂ ਦਾ ਬਾਲਣ ਦੀ ਸਵਾਹ, ਉਹ ਸਵਾਹ ਤੋਂ ਦਵਾਈ ਤਿਆਰ ਹੁੰਦੀ ਆ। ਉਹ ਦਵਾਈ ਨੂੰ ਲੱਗ ਜਾਂਦੇ 20-25 ਦਿਨ ਲੱਗ ਜਾਂਦੇ ਤਿਆਰ ਹੋਣ ਨੂੰ। ਜਿੱਦਾਂ ਅਸੀਂ ਪਈ ਕਹਿ ਲਓ ਵੀ ਤਿਲਾਂ ਦਾ ਬਾਲ ਸਵਾਹ ਲੈ ਲਈ, ਕਿਲੋ ਸਵਾਹ ਲੈ ਲਈ, 7 ਕਿਲੋ ਪਾਣੀ ਪਾ ਦੇਣਾ, ਉਹਨੂੰ ਡੇਲੀ ਉੱਠ ਕੇ ਇੱਕ ਵਾਰ ਸਵੇਰੇ ਮਲਣਾ ਕੜਾਹੀ 'ਚ ਪਈ ਨੂੰ। ਉਹ ਜਿਹੜਾ 7 ਕਿਲੋ ਪਾਣੀ ਸਾਡਾ ਉਹ ਵਿੱਚ ਹੀ ਸੁਕਾਉਣਾ। ਉਹਦੇ ਵਿੱਚ ਫਿਰ ਥੋੜ੍ਹੀਆਂ ਜੜੀ ਬੂਟੀਆਂ ਹੈਗੀਆਂ, ਜਿੱਦਾਂ ਜੌਂ ਖਾਰ ਕਹਿ ਲਓ, ਮੂਲੀ ਖਾਰ ਕਹਿ ਲਓ, ਠੀਕਰੀ ਨਸ਼ਾਦਰ ਕਹਿ ਲਓ, ਇਹ ਥੋੜ੍ਹਾ ਉਹਦੀ ਮਕਦਾਰ ਦੇ ਹਿਸਾਬ ਨਾਲ ਵਿੱਚ ਪਾਉਣਾ ਸੀ। ਅਤੇ ਉਹ ਫਿਰ ਜਦੋਂ ਸੁੱਕ ਜਾਂਦੀ ਆ, ਫਿਰ ਉਹ ਜਾ ਕੇ ਦਵਾਈ ਤਿਆਰ ਹੁੰਦੀ। ਪਰ ਕਈ ਵਾਰ ਪੱਥਰੀਆਂ ਵੱਡੀਆਂ ਹੁੰਦੀਆਂ ਨੇ, ਡਾਕਟਰ ਕਹਿ ਦਿੰਦੇ ਨੇ ਆਪਰੇਟ ਤੋਂ ਬਿਨਾਂ ਨਿਕਲਣੀਆਂ ਨਹੀਂ, ਚਾਰੇ ਪਾਸੇ ਨਾ ਹੀ ਗੱਲ ਬਣੇ, ਇਸ ਦਵਾਈ ਨਾਲ ਵੀ ਨਾ ਗੱਲ ਬਣੇ, ਫਿਰ ਉਹਦਾ ਵੀ ਅੱਗੇ ਇਲਾਜ ਹੈ ਤੁਹਾਡੇ? ਉਹਦਾ ਵੀ ਇਲਾਜ ਅੱਗੇ ਹੈਗਾ ਭਾਜੀ। ਉਹਦਾ ਇਲਾਜ ਹੈ ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਆਹ ਮੁਰਗੇ ਦੀ ਪੂੜ ਦਾ ਸਿਲਕਾ ਉਹ ਲੈਣਾ ਆ। ਉਹ ਮਤਲਬ ਕਿ ਇੱਕ 'ਚੋਂ ਐਵੇਂ ਇੰਨਾ ਕੁ ਨਿਕਲਦਾ ਥੋੜ੍ਹਾ ਜਿਹਾ, ਉਹਨੂੰ ਫਿਰ ਚੰਗੀ ਤਰ੍ਹਾਂ ਸੁਕਾ ਲਓ, ਚੰਗਾ ਕਿਲੋ ਕਰ ਲਓ, ਸੁਕਾ ਕੇ ਕੁੱਟ ਕੇ ਪਾਊਡਰ ਬਣਾਓ। ਪਾਊਡਰ ਬਣਾ ਕੇ ਉਹਦੇ ਵਿੱਚ ਜਿਹੜਾ ਕੋਈ ਬਾਲ ਵੀ ਆਉਂਦਾ ਮੁਰਗੇ ਦਾ ਜਾਂ ਕੁਛ ਹੋਰ, ਉਹਨੂੰ ਕੱਢ ਦਿਓ। ਪਰ ਉਹਦੇ ਵਿੱਚ ਇੱਦਾਂ ਇੱਕ ਸ਼ਰਤ ਹੈ, ਕੀੜੇ ਵੀ ਚੱਲਣੇ ਆ, ਮੁਸ਼ਕ ਵੀ ਆਉਣਾ, ਪਰ ਬਣਾਉਣ ਲੱਗੇ ਕਰੈਤ ਨਹੀਂ ਕਰਨੀ। ਜਦੋਂ ਕਰੈਤ ਕਰ ਲਈ ਫਿਰ ਦਵਾਈ ਨਹੀਂ ਕਾਮਯਾਬ ਹੋਣੀ। ਅਤੇ ਉਹਨੂੰ ਤੁਸੀਂ ਪਾਊਡਰ ਬਣਾਓ। ਬਾਕੀ ਜਿੱਦਾਂ ਮੈਂ ਦੱਸਿਆ ਕਲਮੀ ਸ਼ੋਰਾ ਚ ਵਗੈਰਾ ਵਗੈਰਾ ਇਹ ਵਿੱਚ ਪਾਓ, ਅਤੇ ਉਹ 10 ਦਿਨ ਦਿਓ ਖੁਰਾਕ, ਪੱਥਰੀ ਤੈਅ ਕਰ ਦਿਓ। ਸ਼ੂਗਰ ਦੇ ਵੀ ਬੜੇ ਮਰੀਜ਼ ਨੇ ਅੱਜ ਕੱਲ੍ਹ, ਬਜ਼ੁਰਗਾਂ ਨੂੰ ਵੀ ਸ਼ੂਗਰ ਹੈ। ਮੈਂ ਪਿਛਲੇ ਦਿਨੀ ਕਿਸੇ ਪਰਿਵਾਰ ਨੂੰ ਮਿਲਿਆ ਸੀ, ਤਾਂ ਉਹਨਾਂ ਦਾ ਬੱਚਾ ਸੀਗਾ 10 ਤੋਂ 12 ਸਾਲ ਦੀ ਉਮਰ ਹੋਊਗੀ। ਕਹਿੰਦੇ ਉਹਦਾ ਸ਼ੂਗਰ ਦਾ ਲੈਵਲ ਇੰਨਾ ਵੱਧ ਜਾਂਦਾ ਹੈ ਕਿ ਉਹ ਬੱਚਾ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ, 600-700 ਤੱਕ ਚੱਲ ਜਾਂਦਾ।
ਸ਼ੂਗਰ ਦੀ ਬਿਮਾਰੀ ਦਾ ਇਲਾਜ ਵੀ ਕਰਦੇ ਹੋ? ਹਾਂ, ਸ਼ੂਗਰ ਦੀ ਬਿਮਾਰੀ ਦਾ ਇਲਾਜ ਵੀ ਕਰਦੇ ਆ। ਉਹਨੂੰ ਭਾਜੀ ਤੁਸੀਂ ਵੀ ਸ਼ੂਗਰ ਦੀ ਬਿਮਾਰੀ ਨੂੰ ਫਟਕੜੀ ਲੈ ਲਓ, ਉਹਨੂੰ ਕੁੱਟ ਲਓ, ਉਹਦੇ ਵਿੱਚ ਥੋੜ੍ਹੀ ਆਪਣੇ ਗਿਰੀ ਮਿਲਾਉਣੀ ਆ, ਉਹ ਮਿਲਾ ਕੇ ਉਹ ਦਵਾਈ ਕੇਲੇ ਦੇ ਵਿੱਚ ਦੇਣੀ, ਨਾਲ ਇਹ ਜਿਹੜਾ ਪੈਕਟ ਜਿਹੜੀ ਬੂਟੀਆਂ ਵਾਲਾ ਇਹ ਪੀਣਾ, ਨਾਲ ਫਿਰ ਬਦਾਮ ਗਿਰੀ 100 ਗ੍ਰਾਮ ਲੈਣਾ ਇਸਬਗੋਲ। ਬਦਾਮਾਂ ਦੀਆਂ ਗਿਰੀਆਂ ਨੂੰ ਭਿਉਂ ਕੇ ਉਹਨਾਂ ਦੇ ਛਿਲਕੇ ਲਾ ਲੈਣੇ ਆ, ਸੁਕਾ ਕੇ ਕੁੱਟ ਲੈਣੇ ਆ। ਇਹ ਦੋਨੇ ਚੀਜ਼ਾਂ ਮਿਕਸ ਕਰ ਲਓ, 2 ਚਮਚ ਸਵੇਰੇ 2 ਚਮਚ ਸ਼ਾਮੀ ਖਾਣੇ ਸ਼ੁਰੂ ਕਰ ਦਿਓ, ਸ਼ੂਗਰ ਜਿਹੜੀ ਕੰਟਰੋਲ ਹੋ ਜਾਣੀ ਆ। ਟਾਈਮ ਲੱਗਦਾ। ਦੇਸੀ ਦਵਾਈਆਂ ਦੇ ਲਈ ਲੋਕਾਂ ਦੇ ਮਨਾਂ ਦੇ ਵਿੱਚ, ਹਾਲਾਂਕਿ ਤੁਹਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਵੀ ਨੇ, ਬਾਹਰ ਵੀ ਜਾਂਦੀ ਹੈ ਤੁਸੀਂ ਦੱਸ ਦਿਓ, ਪਰ ਇੱਕ ਧਾਰਨਾ ਬਣੀ ਹੁੰਦੀ ਹੈ ਵੀ ਜਿਹੜੇ ਦੇਸੀ ਦਵਾਈਆਂ ਨੇ ਕਹਿੰਦੇ ਸਾਡੇ ਕਿਡਨੀਆਂ ਦੇ ਉੱਤੇ ਅਸਰ ਕਰ ਜਾਂਦੀਆਂ ਨੇ, ਇਨਸਾਨ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਉਹਦਾ। ਇਦਾਂ ਦੀ ਗੱਲ ਵੀ ਹੈ ਕੋਈ? ਨਹੀਂ ਭਾਜੀ, ਅੱਜ ਤੱਕ ਇਦਾਂ ਦੀ ਗੱਲ ਸੁਣੀ ਨਹੀਂ। ਉਮਰ 50 ਸਾਲ ਦੀ ਹੋ ਗਈ ਆ, ਵੀ ਲੱਖਾਂ ਹੀ ਮਰੀਜ਼ਾਂ ਨੂੰ ਦਵਾਈ ਦੇ ਚੁੱਕੇ ਆ, ਕੋਈ ਇਦਾਂ ਦੀ ਸ਼ਿਕਾਇਤ ਨਹੀਂ ਹੈਗੀ। ਸਗੋਂ ਤੇ ਦੇਸੀ ਦਵਾਈਆਂ ਜਿਹੜੀਆਂ ਕਿਡਨੀਆਂ ਆ ਇਹਨਾਂ ਨੂੰ ਠੀਕ ਕਰਦੀਆਂ। ਜਿਹੜੇ ਡਾਕਟਰ ਹੱਥ ਖੜੇ ਕਰ ਜਾਂਦੇ ਆ, ਡਾਇਲਸ ਹੁੰਦੇ ਆ, ਉਹ ਦਵਾਈ ਦੇਈ ਦੀ ਕਿਡਨੀਆਂ ਠੀਕ ਹੁੰਦੀਆਂ। ਹਾਂ, ਅੰਗਰੇਜ਼ੀ ਦਾ ਮੈਂ ਕਹਿ ਨਹੀਂ ਸਕਦਾ, ਅੰਗਰੇਜ਼ੀ ਬਾਰੇ ਇੰਨਾ ਪਤਾ ਨਹੀਂ। ਅੰਗਰੇਜ਼ੀ ਦਾ ਤੁਸੀਂ ਦੇਖ ਲਓ ਵੀ ਇੱਕ ਗੋਲੀ ਗਲਤ ਸਿਰ ਵਾਲੀ ਖਾਧੀ ਜਾਵੇ ਤਾਂ ਉਹੀ ਭੜਥੂ ਪਾਉਂਦੀ ਆ। ਦੇਸੀ ਦਵਾਈ ਜੇ ਗਲਤ ਵੀ ਖਾਈ ਹੋਈ ਇਹਦਾ ਨੁਕਸਾਨ ਨਹੀਂ ਕੋਈ ਹੋਣਾ, ਇਹ ਮੈਂ ਵਾਅਦੇ ਨਾਲ ਕਹਿੰਦਾ ਆ ਵੀ ਇਹਦਾ ਨੁਕਸਾਨ ਨਹੀਂ ਹੁੰਦਾ। ਜਿਹੜੀਆਂ ਆਹ ਦਵਾਈਆਂ ਪਈਆਂ ਨੇ ਦੱਸ ਸਕਦੇ ਹੋ ਕਾਹਦੇ ਕਾਹਦੇ ਵਾਸਤੇ ਆ? ਹਾਂਜੀ, ਆਹ ਜਿੱਦਾਂ ਦਵਾਈ ਹੈਗੀ ਇਹ ਹੈਗੀ ਲਕੋਰੀਏ ਵਾਸਤੇ ਆ, ਅਤੇ ਇਹ ਪੱਥਰੀ ਵਾਲੀ ਆ, ਇਹ ਦਮੇ ਵਾਸਤੇ ਆ, ਇਹ ਸ਼ੂਗਰ ਵਾਸਤੇ ਆ। ਹਰ ਚੀਜ਼ ਦਾ, ਬਿਮਾਰੀ ਦਾ ਇਲਾਜ ਤੁਸੀਂ ਇੱਥੇ ਲੱਭ ਕੇ ਰੱਖਿਆ। ਲੱਭ ਕੇ ਰੱਖਿਆ। ਕਿੰਨਾ ਕੁ ਸਮਾਂ ਦਿੰਦੇ ਹੋ ਫਿਰ ਇਹ? ਜਿਵੇਂ ਤਾਂ ਮਰੀਜ਼ ਤਾਂ ਲਗਾਤਾਰ ਆਈ ਜਾਂਦੇ ਨੇ, ਕਿਹੜੇ ਦਿਨ ਦਵਾਈ ਦਿੰਦੇ ਹੋ? ਕਦੇ ਛੁੱਟੀ ਵੀ ਹੁੰਦੀ ਹੈ ਜੇ ਕੋਈ ਆਉਣਾ ਚਾਹੁੰਦਾ ਹੋਵੇ ਤੁਹਾਡੇ ਤੋਂ? ਛੁੱਟੀ ਸਾਡੇ ਜਿੱਦਾਂ ਅੱਜ ਸ਼ੁੱਕਰਵਾਰ ਆ, ਅੱਜ ਅਸੀਂ ਦਵਾਈਆਂ ਬਣਾਉਣ ਦੇ ਕੰਮ ਕਰਦੇ, ਸ਼ੁੱਕਰ ਐਤਵਾਰ। ਬਾਕੀ ਵਿੱਚ ਫਿਰ ਦਿਨੇ ਵੀ ਜਿੱਦਾਂ ਕੋਈ ਟਾਈਮ ਲੱਗਦਾ ਦਵਾਈ ਨਾਲ ਹੀ ਬਹਿ ਜੀ ਦਾ ਰਗਣ ਵਿੱਚ, ਅਤੇ ਇੱਦਾਂ ਚੱਲੀ ਜਾਂਦਾ ਭਾਜੀ। ਹੁਣ ਜਿੱਦਾਂ ਕੰਮ ਦੀ ਬਣ ਗਈ, ਚੈਨ ਬਣ ਗਈ ਆ, ਫਿਰ ਉਹ ਕੰਮ ਕਰੀ ਜਾਈਦਾ। ਮੁੰਡਾ ਅੰਕਾਰ ਹੈਗਾ ਰੱਖਿਆ ਜਿਹੜਾ ਆਪਣੇ ਨਾਲ, ਇਹ ਬੜਾ ਹਿੰਮਤ ਕਰਾਉਂਦਾ ਆਪਣੇ ਨਾਲ ਦਵਾਈਆਂ ਦੀ। ਤਕਰੀਬਨ ਅੱਧ ਨਾਲੋਂ ਜ਼ਿਆਦਾ ਕਿ ਸਾਰੀਆਂ ਦਵਾਈਆਂ ਉਹ ਨਾਲ ਤੁਹਾਡੇ ਸਾਹਮਣੇ ਦੇਖ ਲਓ ਲੱਗਾ ਹੀ ਸੀ, ਅਤੇ ਉਹਨੂੰ ਸਾਰੀਆਂ ਦਵਾਈਆਂ ਬਾਰੇ ਪਤਾ ਹੈਗਾ ਆ। ਅਤੇ ਉਹ ਦਵਾ ਦੇ ਕਹਿਣਾ ਅੰਕਾਰਾ ਦਵਾਈ ਮੁੱਕ ਗਈ ਆ, ਉਹਨੇ ਦਵਾ ਦਵ ਤਿਆਰ ਕਰ ਦੇਣੀ ਆ, ਸਮਾਨ ਲਿਆ ਕੇ ਰੱਖਿਆ ਸਾਰੇ। ਇਹੀ ਅੱਗੇ ਬੱਚਿਆਂ 'ਚ ਵੀ ਇਹ ਰੁਝਾਨ ਹੈ ਤੁਹਾਡੇ ਬੱਚਿਆਂ ਦੇ ਵਿੱਚ ਵੀ ਦੇਸੀ ਦਵਾਈਆਂ ਤਿਆਰ ਕਰਨ ਦਾ? ਜਿਵੇਂ ਤੁਸੀਂ ਆਪਣੇ ਪਿਤਾ ਜੀ ਤੋਂ ਸਿੱਖਿਆ, ਅੱਗੇ ਤੁਹਾਡੇ ਬੱਚੇ ਵੀ ਸਿੱਖ ਰਹੇ ਨੇ? ਹਾਂਜੀ, ਕਾਕਾ ਮੇਰਾ ਪੂਰਾ ਜੀ ਕੰਮ ਕਰਦਾ ਨਾਲ, ਉਹ ਪੂਰਾ ਨਾਲ ਦਵਾਈਆਂ ਬਣਾਉਂਦਾ ਆ, ਪੂਰਾ ਕੰਮ ਕਰਦਾ ਆ। ਨਾ ਵੀ ਇੱਥੇ ਹੋਈਏ ਦਵਾਈਆਂ ਦਿੰਦਾ ਵੀ ਹੈਗਾ ਆ, ਅਤੇ ਨਾਲ ਪੂਰਾ ਸਹਿਯੋਗ ਘਰਦਿਆਂ ਦਾ ਪੂਰਾ ਸਹਿਯੋਗ ਆ। ਮੇਰੀ ਘਰ ਵਾਲੀ ਉਹਦਾ ਬੜਾ ਸਹਿਯੋਗ ਆ ਜੀ। ਜਿੱਦਾਂ ਫਿਰ ਉਹ ਤਾਂ ਲੜਦੇ ਨਹੀਂ ਹੋਣਗੇ ਵੀ ਰਸੋਈ ਦੇ ਵਿੱਚ ਹਲਦੀ ਪਈ ਸੀ ਕਿੱਥੇ ਗਈ? ਉਹ ਤੁਸੀਂ ਲਿਆ ਕੇ ਥੱਲੇ ਦਵਾਈ 'ਚ ਮੈਂ ਦੇਖਿਆ ਅੱਗੇ ਵੀ ਡੱਬਾ ਲਿਆ ਕੇ ਵਿੱਚ ਮਿਕਸ ਕਰ ਦਿੱਤਾ, ਖੰਡ ਦਾ ਡੱਬਾ ਆਪਣੀ ਰਸੋਈ 'ਚੋਂ ਚੱਕ ਕੇ ਲਿਆ ਕੇ ਤੇ ਦਵਾਈ ਬਣਾਤੀ, ਜਿਹੜੀ ਦਵਾਈ ਫ੍ਰੀ ਦੇਣੀ ਹੈ ਸੰਗਤ ਨੂੰ ਜਾਂ ਮਰੀਜ਼ਾਂ ਨੂੰ। ਫਿਰ ਉਹ ਲੜਦੇ ਨਹੀਂ ਕਰਦੇ? ਕਰਦੇ ਭਾਜੀ, ਇੱਦਾਂ ਆਦਤ ਹੁਣ ਹੋ ਗਈ, ਆਦਤ ਹੋ ਗਿਆ। ਜਿੱਦਾਂ ਹੁਣ ਦੇਖਿਆ ਵੀ ਉੱਤੇ ਗਏ ਵੀ ਹਲਦੀ ਹੈ ਨਹੀਂ, ਇਹ ਨਹੀਂ ਕਹਿਣਾ ਵੀ ਤੁਸੀਂ ਕਿਉਂ ਪਾ ਲਈ, ਇੰਨਾ ਕਹਿ ਦੇਣਾ ਹਲਦੀ ਮੁੱਕ ਗਈ। ਉਹ ਜਾ ਕੇ ਫਿਰ ਜਿੱਥੇ ਕਿਲੋ ਲਿਆਉਣੀ ਉੱਥੇ 2 ਕਿਲੋ ਲੈ ਆਉਣੀ। ਫਿਰ ਪਤਾ ਵੀ ਵਰਤਦੇ ਹੈਗੇ ਆ। ਜੇ ਘਰ ਵਾਲੀ ਗਈ ਹਲਦੀ ਲੈਣ ਜਾਂ ਕੋਈ ਸਮਾਨ ਜਿੱਦਾਂ ਖੰਡ ਲੈਣ ਗਈ ਆ, ਉਹਨੇ ਕਹਿ ਲਓ ਵੀ 10 ਕਿਲੋ ਇੱਧਰ ਦਵਾਈਆਂ ਵਾਸਤੇ ਜੁਦੀ ਵਿੱਚ ਨਾ ਕਹਿਣਾ ਪਾ ਦਿਓ, ਪਤਾ ਨਹੀਂ ਕਿਹੜੇ ਵੇਲੇ ਨਹੀਂ ਲੈ ਆਉਣੀ ਮੰਗਣ ਨੂੰ, ਖੰਡ ਮੰਗ ਲੈਣੀ ਆ। ਜਿੱਦਾਂ ਹਲਦੀ ਆ, ਹਲਦੀ ਫਿਰ ਕਿਲੋ ਨਹੀਂ ਲੈਣੀ, ਪਾਈਆ ਨਹੀਂ ਲੈਣੀ, 3 ਕਿਲੋ ਲੈ ਲਓ। ਚਾਹ ਦੁਕਾਨ ਵਾਲੇ ਬੜੇ ਹੱਸਦੇ ਵੀ ਇੰਨੀ ਕੀ ਕਰਦੇ ਆ, ਅਤੇ ਅਸੀਂ ਤਾਂ ਕਹਿੰਦਾ ਘਰ ਵਰਤ ਲਈਦੀ ਆ। ਅਤੇ ਉਹ ਜਿੱਦਾਂ ਹੁਣ ਚੱਕ ਕੇ ਪਹਿਲੇ ਕੋਈ ਇਹ ਨਹੀਂ ਟੈਨਸ਼ਨ, ਘਰਦਿਆਂ ਨੂੰ ਵੀ ਨਹੀਂ ਟੈਨਸ਼ਨ, ਉਹਨਾਂ ਨੇ ਮਤਲਬ ਕਿ ਕਹਿ ਦੇਣਾ ਵੀ ਆਹ ਚੀਜ਼ ਮੁੱਕ ਗਈ ਆ, ਨਹੀਂ ਤਾਂ ਆਪ ਜਾ ਕੇ ਘਰ ਦਾ ਸੌਦਾ ਉਹ ਲੈ ਆਉਂਦੇ ਆ। ਲਿਆਉਣਾ ਵੱਧ ਫਿਰ ਆ ਜਿਹੜੀਆਂ ਸਾਡੀਆਂ ਜਿੱਦਾਂ ਆਹ ਆਈਟਮਾਂ ਹੈਗੀਆਂ ਇਹ ਉਹ ਨਹੀਂ ਲਿਆਉਣੀਆਂ, ਜਿੱਦਾਂ ਕਾਲੀ ਮਿਰਚ ਹੋਈ ਇਹ ਵੱਧ ਲਿਆਉਣੀ, ਉਹ ਨਹੀਂ ਪਤਾ ਵੀ ਉਹਨਾਂ ਦੇ ਕਿ ਨਾ ਇੱਥੇ ਹੋਈ ਤਾਂ ਉਹਨੇ ਚੱਕ ਕੇ ਵਿੱਚੋਂ ਵਰਤ ਲੈਣੀ ਆ, ਅਤੇ ਲਿਆਉਣਾ ਸਮਾਨ ਵੱਧ ਹੀ। ਹਾਂਜੀ, ਜਿਵੇਂ ਜਿਵੇਂ ਤੁਹਾਨੂੰ ਤਾਂ ਲੋਕ ਜਾਣਦੇ ਨੇ, ਪਹਿਚਾਣਦੇ ਨੇ, ਪਿਛਲੇ 30-35 ਸਾਲ ਦਾ ਤਜਰਬਾ ਵੀ ਹੈ, ਜੀ ਜੀ, ਪਰ ਤੁਹਾਡੇ ਤੋਂ ਵੀ ਲੋਕ, ਬੱਚੇ ਜਾਂ ਕਹਿ ਲਈਏ ਨੌਜਵਾਨ ਸਿੱਖਦੇ ਵੀ ਨੇ, ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਦਿੰਦੇ ਨੇ ਅੱਗੇ। ਐਂ ਤਾਂ ਨਹੀਂ ਵੀ ਤੁਹਾਡੇ ਨਾਂ ਦੇ ਉੱਤੇ ਕਿਤੇ ਹੋਰ ਦਵਾਈਆਂ ਵੇਚੀ ਜਾਣ, ਉੱਥੋਂ ਕਿਤੇ ਨੁਕਸਾਨ ਹੋ ਜਾਏ, ਫਿਰ ਤੁਹਾਡੇ ਤੱਕ ਗੱਲ ਪਹੁੰਚੀ ਹੋਵੇ? ਕਦੀ ਇਦਾਂ ਹੋਇਆ? ਜਾਂ ਲੋਕ ਕਰਦੇ ਨੇ ਵੀ ਤੁਹਾਡੇ ਨਾਂ ਦੇ ਉੱਤੇ ਆਪਣੀ ਹੱਟੀ ਚਲਾਈ ਜਾਣ? ਇਹ ਦੇਖੋ ਇੱਦਾਂ ਹੁੰਦੀ ਵੀ ਜਿਹੜਾ ਲੋਕ ਕਹਿੰਦੇ ਨੇ ਤੁਹਾਡੀ ਗੁਰਦਾਸਪੁਰ ਦੁਕਾਨ ਆ ਤਾਂ ਤੁਸੀਂ ਉੱਥੇ ਇੰਨੇ ਪੈਸੇ ਲੈ ਲਏ। ਉਹ ਮੈਂ ਫਿਰ ਕਹਿੰਦਾ ਉਹਨਾਂ ਵੀ ਭਾਈ ਅਸੀਂ ਆ 3 ਜੀ ਹੈਗੇ ਘਰ ਦੇ, ਵੀ ਸਾਡੇ 'ਚੋਂ ਇਹਨਾਂ 'ਚੋਂ ਤਾਂ ਨਹੀਂ ਕੋਈ ਗਿਆ। ਹੁਣ ਨਾਂ ਤਾਂ ਵਰਤਦੇ ਹੀ ਆ। ਮੈਂ ਤਾਂ ਇਹੋ ਕਹੂੰਗਾ ਵੀ ਭਾਈ ਤੁਸੀਂ ਨਾਂ ਤੋਂ ਨਾ ਦੇਖੋ, ਜੇ ਤਾਂ ਪੈਸੇ ਲੈਣ ਹੁਣ ਤਾਂ ਫਿਰ ਤਾਂ ਘਰੇ ਲਈ ਜਾਈਏ, ਸਾਨੂੰ ਧੱਕੇ ਖਾਣ ਦੀ ਕੀ ਲੋੜ, ਬਾਹਰ ਜਾਣ ਦੀ ਕੀ ਲੋੜ ਆ? ਫਿਰ ਤਾਂ ਘਰ ਹੀ ਬੈਠੇ ਤੇ ਜਿੰਨੇ ਮਰਜ਼ੀ ਪੈਸੇ ਲਈ ਜਾਈਏ। ਆ ਹੁਣ ਤੁਹਾਡੇ ਸਾਹਮਣੇ ਮਰੀਜ਼ ਆਏ ਆ, ਇਹਨਾਂ ਤੋਂ ਜਿੰਨੇ ਮਰਜ਼ੀ ਪੈਸੇ ਲਈ ਕੀ ਨਹੀਂ ਕਹਿਣਾ, ਪਰ ਨਹੀਂ, ਇਹ ਇੱਧਰਲੇ ਪਾਸੇ ਨੂੰ ਭਾਜੀ ਦਿਮਾਗ ਨਹੀਂ ਹੈਗਾ ਦੜਾਇਆ, ਅਤੇ ਨਾ ਹੀ ਰੱਬ ਦੜਾਵੇ। ਬਾਕੀ ਉਹ ਆਪਣਾ ਕਰਦੇ, ਅਸੀਂ ਆਪਣਾ ਕਰਦੇ ਹਾਂ।
ਮਤਲਬ ਤੁਹਾਡਾ ਇੱਕੋ ਇੱਥੇ ਘਰੇ ਬਣਾ ਕੇ ਤੁਸੀਂ ਦਵਾਈ ਦਿੰਦੇ ਹੋ, ਕਿਤੇ ਵੀ ਕੋਈ ਦਵਾਖਾਨਾ, ਕਿਤੇ ਵੀ ਕੋਈ ਦੁਕਾਨ, ਕਿਤੇ ਵੀ ਤੁਸੀਂ ਆਪਣਾ ਜਿਹੜਾ ਕਲੀਨਿਕ ਨਹੀਂ ਖੋਲ੍ਹਿਆ? ਨਹੀਂ ਖੋਲਿਆ ਭਾਜੀ। ਹੁਣ ਇੱਥੋਂ ਤੱਕ ਵੀ ਇੱਥੋਂ ਬੰਦਾ ਕਪੂਰਥਲੇ ਤੋਂ ਆਇਆ, ਉਹਨੇ ਪੁੱਛਿਆ ਵੀ ਚੰਡੀਦਾਸ ਵਾਲੇ ਹੋਈ, ਮੇਰੇ ਤੋਂ ਹੀ ਆਇਆ, ਮੈਂ ਨਹੀਂ ਉਹ ਬੰਦੇ ਨੂੰ ਜਾਣਦਾ। ਤੇ ਉਹ ਮੈਨੂੰ ਇੱਥੇ ਕਹਿਣ ਲੱਗਾ, ਕਹਿੰਦਾ ਭਾਜੀ ਮੈਂ ਆਹ ਨੰਬਰ ਕਿਹਦਾ? ਮੈਂ ਕਿਹਾ ਨੰਬਰ ਸਾਡਾ ਨਹੀਂ। ਜਦੋਂ ਉਸ ਬੰਦੇ ਨੇ, ਮੈਂ ਕਿਹਾ ਤੂੰ ਨੰਬਰ ਲਾ, ਕਾਕਾ ਮੇਰਾ ਵੀ ਉਸ ਨਾਲ ਮੁੱਢ ਖੜਾ ਸੀ, ਇਹ ਮੁੰਡਾ ਵੀ ਅੰਕਾਰ ਵੀ ਲਾਗੇ ਮੇਰੇ ਖੜਾ ਸੀ। ਜਦੋਂ ਲਾਇਆ ਤੇ ਉਹ ਬੰਦਾ ਕਹਿੰਦਾ ਵੀ ਤੂੰ ਸ਼ਪਾਨਸ਼ੀਦ ਵਾਲੇ ਪੁਲ ਤੇ ਆ ਜਾ, ਤੈਨੂੰ 4 ਖੁਰਾਕਾਂ ਦੇ ਦਿੰਦੇ ਇੱਥੇ। ਉਹ ਕਹਿੰਦਾ ਵੀ ਤੁਸੀਂ ਚੰਡੀਦਾਸ ਵਾਲੇ, ਕਹਿੰਦਾ ਉਸ ਬੰਦੇ ਨੇ ਅੱਗੇ ਜਵਾਬ ਦਿੱਤਾ, ਜਿਹੜੇ ਚੰਡੀਦਾਸ ਵਾਲੇ ਬਾਪੂ ਜੀ ਉਹ ਤਾਂ ਪੂਰੇ ਹੋ ਗਏ ਆ, ਜਿਹੜਾ ਕਿ ਉਹਨਾਂ ਦਾ ਮੁੰਡਾ ਉਹ ਦਾਰੂ ਪੀਂਦਾ, ਸਿਰਫ ਕੀ 200-400 ਦੀ ਖਾਤਰ ਕੰਮ ਵੀ ਇੱਥੋਂ ਸਿੱਖੇ। ਮੈਂ ਚਲੋ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ, ਵੀ ਕੰਮ ਵੀ ਇੱਥੋਂ ਸਿੱਖੇ, ਵੀ ਕਿੱਥੋਂ ਕਾਮਯਾਬ ਹੋ ਜਾਣਗੇ ਭਾਜੀ ਲੋਕ ਇਹ। ਅੱਛਾ, ਦਾਰੂ ਤੋਂ ਮੈਨੂੰ ਚੇਤਾ ਆਇਆ, ਬਹੁਤ ਸਾਰੇ ਸਾਡੇ ਵੀਰ ਭਰਾ ਭੈਣਾਂ ਵੀ ਅੱਜ ਕੱਲ੍ਹ ਤਸਵੀਰਾਂ ਆਉਂਦੀਆਂ ਨੇ ਵੀ ਮਾਨਸਿਕ ਤੌਰ ਤੇ ਬਿਮਾਰ ਨੇ, ਨਸ਼ੇ ਦੀ ਲੱਤ ਲੱਗੀ ਹੈ, ਨਸ਼ਾ ਛਡਾਉਣ ਦਾ ਵੀ ਕੁਝ ਹੈ ਇਲਾਜ? ਹਾਂਜੀ, ਨਸ਼ਾ ਭਾਜੀ ਸਭ ਤੋਂ ਵੱਡੀ ਚੀਜ਼ ਹੈ। ਬੰਦੇ ਦੇ ਜਿਹੜੇ ਮਨ 'ਚ ਕਹਿੰਦਾ ਨਾ ਮੈਂ ਨਸ਼ਾ ਛੱਡਣਾ, ਉਹ ਬੰਦਾ ਕਾਮਯਾਬ ਹੋ ਜਾ। ਆ ਹੁਣ ਇੱਕ ਵੀਰ ਮੇਰੇ ਤੋਂ ਆਇਆ ਸੀ, ਉਹ ਗੋਲੀਆਂ ਵੀ ਖਾਂਦਾ ਸੀ, ਕੈਪਸੂਲ ਵੀ ਖਾਂਦਾ ਸੀ, ਫਿਰ ਉਹਨੇ ਉਹ ਛੱਡ ਦਿੱਤਾ। ਹੁਣ ਉਹ ਕਹਿ ਲਓ ਵੀ ਭੁੱਕੀ ਲੱਗ ਪਿਆ ਸੀ ਖਾਣ, ਤੇ ਉਹਨੂੰ ਮੈਂ ਇੱਦਾਂ ਬੈਠਿਆ, ਮੈਂ ਕਿਹਾ ਭਾਜੀ ਦਵਾਈ ਲੈ, ਤੇ ਉਹਨੂੰ ਅੱਜ ਮੇਰਾ ਖਿਆਲ 10 ਦਿਨ ਹੋ ਗਏ ਆ, ਨਸ਼ਾ ਛੱਡ ਗਿਆ। ਉਹ ਇਹ ਮੈਂ ਗਰੰਟੀ ਨਾਲ ਉਹ ਬੰਦੇ ਦੀ ਗੱਲ, ਮੈਂ ਕਿਹਾ ਇੱਥੇ ਬੈਠਾ ਵੀ ਹੈਗਾ ਗੁਰਦਾਸਪੁਰ ਦਾ ਆ, ਤੇ ਉਹ ਬੰਦਾ ਵੀ ਛੱਡ ਗਿਆ। ਮੈਨੂੰ 2 ਵਾਰ ਉਹਦਾ ਫੋਨ ਵੀ ਆਇਆ। ਜਿੰਨਾ ਮਰਜ਼ੀ ਨਸ਼ਾ ਕਰਦਾ ਹੋਵੇ 10 ਦਿਨਾਂ 'ਚ ਮਤਲਬ ਉਹਦੇ ਮਨ ਦਾ ਸੀ ਵੀ ਮੈਂ ਛੱਡਣਾ। ਦਵਾਈ ਉਹਨੂੰ ਦਿੱਤੀ ਆ, ਤੇ ਉਹਨੇ ਖਾਧੀ ਦਵਾਈ, ਤੇ ਉਹਦਾ ਫੋਨ ਆਇਆ ਵੀ ਮੈਂ ਭਾਜੀ ਠੀਕ ਆ। ਮੈਂ ਕਿਹਾ ਸੱਜਣਾ ਵੀ ਨਸ਼ਾ ਤੇ ਨਾ ਤਾਂ ਭਾਜੀ ਕੋਈ ਡਾਕਟਰ ਛਡਾ ਸਕਦਾ, ਨਾ ਕੋਈ ਬਾਬਾ, ਨਾ ਹਕੀਮ। ਜਿਹੜੇ ਬੰਦੇ ਦੀ ਆਪਣੇ ਮਨ ਦੀ ਸੋਚ ਆ ਨਾ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਨਸ਼ਾ ਛੱਡ ਸਕਦਾ। ਨਸ਼ਾ ਕਰਦਾ ਬੰਦਾ ਮਰ ਸਕਦਾ, ਨਸ਼ਾ ਛੱਡਣ ਲੱਗਾ ਬੰਦਾ ਮਰੂ ਨਹੀਂ। ਹਾਂ ਇੰਨਾ ਹੈਗਾ ਵੀ 2-4 ਦਿਨ ਤਕਲੀਫ ਜ਼ਰੂਰ ਆਏਗੀ, ਉਹ ਫਿਰ ਘਰਦਿਆਂ ਨੂੰ ਚਾਹੀਦਾ ਵੀ ਉਹਦੀ ਜਰਾ ਕੁ ਦੇਖਭਾਲ 2-4 ਦਿਨ ਚੰਗੀ ਕਰਨ, ਮਾਲਸ਼ਾ ਕਰਨ। ਫਿਰ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਹੇ ਹੋਣਗੇ ਔਰ ਉਹਨਾਂ ਦਾ ਸਿੱਧਾ ਧਿਆਨ ਮੈਨੂੰ ਲੱਗਦਾ ਜਦੋਂ ਦੀ ਇੰਟਰਵਿਊ ਸੁਣ ਰਹੇ ਹੋਣਗੇ ਆਪਣੀ ਰਸੋਈ ਦੇ ਵਿੱਚ ਹੀ ਹੋਊਗਾ। ਦੱਸ ਸਕਦੇ ਹੋ ਉਹਨਾਂ ਨੂੰ ਵੀ ਤੁਸੀਂ ਰਸੋਈ ਦੇ ਵਿੱਚੋਂ ਕਿਵੇਂ ਚੀਜ਼ਾਂ ਨੂੰ ਵਰਤ ਕੇ ਆਪਣਾ ਬਿਮਾਰੀਆਂ ਦਾ ਇਲਾਜ ਕਰ ਸਕਦੇ? ਭਾਜੀ ਇਹ ਫਾਰਮੂਲੇ ਦੱਸੇ ਆ ਵੀ ਇਹ ਇਦਾਂ ਤਿਆਰ ਕਰਨ ਹਾਰਟ ਵਾਲੇ ਜਿੱਦਾਂ ਮਰੀਜ਼ ਹੈਗੇ ਆ, ਇਹ ਕਰਨ ਆਪਣੇ ਰਸੋਈ ਦੇ ਵਿੱਚੋਂ ਮਿਰਚਾਂ ਲੈਣ ਕਾਲੀਆਂ, ਉਹਨਾਂ ਨੂੰ ਬਰੀਕ ਕਰਕੇ ਪਾਊਡਰ ਬਣਾਉਣ, ਕੱਪੜ ਛਾਣ ਕਰਨ ਪੂਰਾ। ਟਾਈਫਾਇਡ ਜਿਹਨੂੰ ਹੈਗਾ ਆ, ਉਹ 10 ਦਿਨ ਅੱਖਾਂ ਦੇ ਵਿੱਚ ਮੜਮੜੀਆਂ ਲਾ ਲੈਣ, ਮੁੜ ਕੇ ਬੁਖਾਰ ਨਹੀਂ ਚੜੂਗਾ ਟਾਈਫਾਇਡ। ਇੱਕ ਪਾਸੇ ਦਾ ਡਾਕਟਰ ਟੀਕੇ ਲਾਉਂਦੇ ਆ, ਇੱਕ ਪਾਸੇ ਉਹ ਮਿਰਚਾਂ ਵਾਲਾ ਪੈ ਜਾਏ, 10 ਮਿੰਟ ਤਕਲੀਫ ਜ਼ਰੂਰ ਹੋਣੀ ਆ। ਸਭ ਤੋਂ ਵਧੀਆ ਤੇ ਸੌਖਾ ਫਾਰਮੂਲਾ, ਟਾਈਫਾਇਡ ਨਹੀਂ ਲੱਗੇ ਰਹੂਗਾ। ਅੱਖਾਂ ਦੀ ਰੋਸ਼ਨੀ ਦੇਖੋ ਕਿੱਦਾਂ ਵਧਣੀ, ਪਾਣੀ ਬੜਾ ਨਿਕਲਣਾ, ਪਰ ਜ਼ਿਲ੍ਹਾ ਨੂੰ ਕਿਹਾ ਮਿਰਚਾਂ ਲਾਉਣੀਆਂ ਫੇਰ ਕੰਮ ਹੈਗਾ ਔਖਾ। ਤੇ ਇਹ ਕਰਕੇ ਅਜਮਾ ਕੇ ਦੇਖ ਲੈਣਾ, ਜੇ 10 ਮਿੰਟਾਂ ਬਾਅਦ ਬੰਦਾ ਉੱਠ ਕੇ ਨਾ ਤੁਰਬੂ ਤਾਂ ਮੈਨੂੰ ਕਹਿਓ ਤੁਸੀਂ, ਸਿਰਫ 10 ਮਿੰਟ। ਉਹ ਫਾਰਮੂਲਾ ਹੈਗਾ ਬਹੁਤ ਵਧੀਆ। ਕਰਨ ਸਹੀ ਕਰਨਾ ਪੈਣਾ, ਕਰਨ ਬਰੀਕ ਬਿਲਕੁਲ ਕੱਪੜ ਛਾਣ ਕਰਕੇ ਬਿਲਕੁਲ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਪਾਊਡਰ ਬਣਾ ਕੇ ਮਾੜਾ ਜਿਹਾ ਲਾਉਣਾ, ਸੁਰਮਚੂ ਨੂੰ ਲਾ ਕੇ ਦੋਨਾਂ ਅੱਖਾਂ 'ਚ ਪਾ ਲੈਣਾ, ਤੇ ਆਪਣੇ ਆਪ ਠੀਕ ਹੋ ਜਾਣਾ। ਗੱਲਬਾਤ ਕਰਨ ਲਈ ਧੰਨਵਾਦ। ਔਰ ਧੰਨਵਾਦ ਇਸ ਕਰਕੇ ਵੀ ਤੁਸੀਂ ਬਹੁਤ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਆ, ਉਹ ਨੁਸਖੇ ਸਾਡੇ ਦਰਸ਼ਕਾਂ ਨੂੰ ਦੱਸੇ ਨੇ। ਜੇ ਕੋਈ ਕਿਸੇ ਵੀ ਬਿਮਾਰੀ ਤੋਂ ਪੀੜਤ ਹੈ, ਹਾਲਾਂਕਿ ਤੁਹਾਡੇ ਕੋਲ ਆ ਕੇ ਮੁਫਤ ਦਵਾਈ ਵੀ ਲੈ ਸਕਦਾ ਹੈ, ਇਲਾਜ ਕਰਵਾ ਸਕਦਾ ਹੈ, ਔਰ ਇਸ ਦੇ ਨਾਲ ਹੀ ਜੇਕਰ ਉਹ ਘਰ ਬੈਠਾ ਕੁਝ ਆਪਣੇ ਰਸੋਈ ਦੇ ਸਮਾਨ ਤੋਂ ਕੋਈ ਦਵਾਈ ਤਿਆਰ ਜਿਸ ਤਰੀਕੇ ਨਾਲ ਤੁਸੀਂ ਨੁਸਖੇ ਦੱਸੇ ਨੇ ਉਹ ਤੋਂ ਕਰਕੇ ਵੀ ਆਪਣਾ ਇਲਾਜ ਕਰ ਸਕਦਾ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਹਾਂ ਚੰਗਾ ਜੀ, ਚੰਗਾ, ਬਹੁਤ ਮਿਹਰਬਾਨੀ। ਸੋ ਇਹ ਸਨ ਦਲਵੀਰ ਸਿੰਘ ਜੀ, ਹਕੀਮ ਨੇ, ਜੋ ਪਿਛਲੇ 35 ਸਾਲਾਂ ਤੋਂ ਇਹਨਾਂ ਦਾ ਪਰਿਵਾਰ, ਪਹਿਲਾਂ ਇਹਨਾਂ ਦੇ ਪਿਤਾ ਜੀ, ਤੇ ਹੁਣ ਇਹ ਲੋਕਾਂ ਦੀ ਸੇਵਾ ਕਰ ਰਹੇ ਨੇ, ਨਿਸ਼ਕਾਮ ਸੇਵਾ ਕਰ ਰਹੇ ਨੇ ਜੜੀਆਂ ਬੂਟੀਆਂ ਦੇ ਨਾਲ, ਔਰ ਰਸੋਈ ਦੇ ਸਮਾਨ ਤੋਂ, ਘਰ ਦੇ ਵਿੱਚ ਵਰਤਣ ਵਾਲੇ ਸਮਾਨ ਤੋਂ ਦੇਸੀ ਦਵਾਈਆਂ ਤਿਆਰ ਕਰਦੇ ਨੇ। ਔਰ ਉਹਨਾਂ ਦਵਾਈਆਂ ਦੇ ਨਾਲ ਸ਼ੂਗਰ, BP, ਦਰਦਾਂ ਜਾਂ ਪੱਥਰੀ ਦੀ ਗੱਲ ਕਰ ਲਈਏ, ਰਸੌਲੀ ਦੀ ਗੱਲ ਕਰ ਲਈਏ, ਜਾਂ ਹਾਰਟ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੀ ਗੱਲ ਕਰ ਲਈਏ, ਇੱਥੋਂ ਤੱਕ ਕਿ ਕੈਂਸਰ ਤੱਕ ਦਾ ਇਲਾਜ ਕਰਨ ਦਾ ਵੀ ਇਹ ਦਾਅਵਾ ਕਰਦੇ ਨੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜ਼ਿਲ੍ਹਾ ਹੁਸ਼ਿਆਰਪੁਰ।